गुड इवनिंग। मैं 4 साल पहले इस ऑर्गेनाइजेशन ਨਾਲ जुड़ी सी। मेरे हस्बैंड अल्कोहल ਲੈਂਦੇ ਸੀਗੇ। मतलब इस जर्नी तो पहले भी एक जर्नी ਸੀਗੀ ਜਿਹਦੇ 'ਚ ਸਿਰਫ ਅਲਕੋਹਲ ਨੂੰ ਮੈਂ ਸਮਝਦੀ ਸੀ ਕਿ ਬਸ ਅਲਕੋਹਲ ਹੀ ਲੈਂਦੇ ਆ, ਕੋਈ ਗੱਲ ਨਹੀਂ, ਸੋਸ਼ਲੀ ਅਸੈਪਟੈਂਸ ਹੁੰਦੀ ਆ, ਆਪਾਂ ਨਾਰਮਲੀ ਇਸ ਚੀਜ਼ ਨੂੰ ਗਲਤ ਨਹੀਂ ਸਮਝਦੇ। ਮਤਲਬ ਥੋੜਾ ਥੋੜਾ ਤੋਂ ਸ਼ੁਰੂ ਹਰ ਫੈਮਿਲੀ ਦੇ ਵਿੱਚ ਹੁੰਦੀ ਹੈ ਇਹ, ਤੇ ਆਪਾਂ ਵੀ ਉਹਨੂੰ ਕਿਤੇ ਨਾ ਕਿਤੇ ਮਤਲਬ ਅਪਰੂਵਲ ਦਿੰਨੇ ਆ ਕਿ ਕੋਈ ਗੱਲ ਨਹੀਂ, ਥੋੜੀ ਲੈਂਦਾ ਹੈ, ਕਦੀ ਕਦੀ ਲੈਂਦਾ ਹੈ, ਕੋਈ ਗੱਲ ਨਹੀਂ ਹੈ। ਲੇਕਿਨ ਇਹ ਕਦੋਂ ਬਿਮਾਰੀ ਬਣ ਜਾਂਦੀ ਸਾਨੂੰ ਆਪ ਨੂੰ ਹੀ ਪਤਾ ਨਹੀਂ ਚੱਲਦਾ। ਮੈਂ ਜਦੋਂ ਇੱਥੇ ਆਈ ਸੀਗੀ ਬਿਲਕੁਲ ਹੋਪਲੈਸ ਸੀਗੀ। ਮੇਰੇ ਹਸਬੈਂਡ ਦੀ ਅਲਕੋਹਲਿਜ਼ਮ ਦੀ ਡਿਜ਼ੀਜ਼ ਇੰਨੀ ਕੁ ਜ਼ਿਆਦਾ ਹੋ ਗਈ ਹੋਈ ਸੀ ਕਿ ਸਭ ਕੁਝ ਖਰਾਬ ਹੋ ਗਿਆ ਹੋਇਆ ਸੀ, ਫੈਮਿਲੀ ਰਿਲੇਸ਼ਨਸ਼ਿਪ। ਮਤਲਬ ਮੈਂ ਆਪਣੀ ਪੇਨ ਨੂੰ ਸ਼ਬਦਾਂ 'ਚ ਤਾਂ ਬਿਆਨ ਨਹੀਂ ਕਰ ਸਕਦੀ, ਬਟ ਇਹ ਕਹਿ ਸਕਦੀ ਹਾਂ ਕਿ ਇੰਨਾ ਕੁ ਜ਼ਿਆਦਾ ਮਤਲਬ ਡਿਸਟਰਬ ਹੋ ਚੁੱਕੀ ਸੀ ਲਾਈਫ ਨਾਲ ਕਿ ਮੈਂ ਖੁਦ ਸੋਚਦੀ ਸੀ ਕਿ ਜਾਂ ਤਾਂ ਇਹ ਮਰ ਜਾਣ ਅਤੇ ਜਾਂ ਮੈਂ ਅਤੇ ਮੇਰੇ ਬੱਚੇ ਮਰ ਜਾਣ। ਮਤਲਬ ਜਾਂ ਇਹ ਰਹਿਣ ਦੁਨੀਆ 'ਚ ਜਾਂ ਮੈਂ ਅਤੇ ਮੇਰੇ ਬੱਚੇ ਰਹਿਣ ਬਸ। ਮਤਲਬ ਮੈਨੂੰ ਇੰਨਾ ਕੁ ਜ਼ਿਆਦਾ ਇੱਥੋਂ ਤੱਕ ਮੈਂ ਇਸ ਐਕਸਟੈਂਟ ਤੱਕ ਸੋਚ ਲੈਂਦੀ ਹੁੰਦੀ ਸੀਗੀ, ਰੋਂਦੀ ਹੁੰਦੀ ਸੀਗੀ। ਫਿਰ ਮੈਂ ਇੱਥੇ ਆਈ, ਜਦੋਂ ਆਉਣ ਤੋਂ ਪਹਿਲੇ ਵੀ ਟਰੀਟਮੈਂਟ ਕਰਵਾਇਆ, ਇੱਕ ਦੋ ਜਗ੍ਹਾ 'ਤੇ ਟਰੀਟਮੈਂਟ ਕਰਵਾਇਆ। ਟਰੀਟਮੈਂਟ ਇਨ ਦੀ ਸੈਂਸ ਕਿ ਇਸ ਤਰ੍ਹਾਂ ਦਾ ਫੈਮਿਲੀ ਪ੍ਰੋਗਰਾਮ ਕਿਤੇ ਨਹੀਂ ਸੀਗਾ, ਨਾ ਹੀ ਪੇਸ਼ੈਂਟ ਨੂੰ ਇੰਨਾ ਡੀਪਲੀ ਸੁਣਿਆ ਜਾਂਦਾ ਸੀ ਜਿਸ ਤਰ੍ਹਾਂ ਇੱਥੇ ਸਰ ਉਹਨਾਂ ਦੀ ਟੀਮ ਸੁਣਦੇ ਹੈ। ਸਭ ਤੋਂ ਵੱਡੀ ਕੁਆਲਿਟੀ ਜੋ ਇਸ ਹੌਸਪੀਟਲ ਦੀ ਹੈ ਕਿ ਇੰਨਾ ਟਾਈਮ ਦੇ ਕੇ ਪੇਸ਼ੈਂਟ ਨੂੰ ਸੁਣਿਆ ਜਾਂਦਾ ਹੈ। ਅਸੀਂ ਜਿੱਥੇ ਮੈਡੀਸਨ ਲੈਂਦੇ ਸੀ ਉੱਥੇ ਮੈਡੀਸਨ ਦੇ ਦਿੰਦੇ ਸੀਗੇ, ਭੇਜ ਦਿੰਦੇ ਸੀ ਘਰ। ਉਹ ਮੈਡੀਸਨ ਖਾ ਕੇ ਮੇਰੇ ਹਸਬੈਂਡ ਮਤਲਬ ਸੁੱਤੇ ਰਹਿਣਾ, ਉਹਨਾਂ ਨੇ ਕੁਛ ਨਹੀਂ, ਮਤਲਬ ਕੋਈ ਰਿਸਪੌਂਸ ਨਹੀਂ ਦੇਣਾ ਉਹਨਾਂ ਨੇ। ਫਿਰ ਜਾਣਾ, ਫਿਰ ਮੈਡੀਸਨ ਲੈ ਕੇ ਆ ਜਾਣਾ, ਬਸ ਇੰਨਾ ਕੀ ਟਰੀਟਮੈਂਟ ਸੀਗਾ, ਹੋਰ ਇਸ ਤੋਂ ਇਲਾਵਾ ਕੁਛ ਨਹੀਂ ਸੀਗਾ। ਮਤਲਬ ਉਹਨਾਂ ਨੂੰ ਕਦੀ ਪੁੱਛਿਆ ਹੀ ਨਹੀਂ ਸੀਗਾ ਕਿ ਤੁਸੀਂ ਠੀਕ ਹੋ ਜਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ। ਜੋ ਇੱਥੇ ਪੁੱਛਿਆ ਜਾਂਦਾ, ਜੋ ਪੇਸ਼ੈਂਟ ਨੂੰ ਟਾਈਮ ਦਿੱਤਾ ਜਾਂਦਾ। ਮੈਨੂੰ ਨਹੀਂ ਲੱਗਦਾ ਕਿਤੇ ਹੋਰ ਕਿਸੇ ਹੌਸਪੀਟਲ 'ਚ ਇੰਨਾ ਜ਼ਿਆਦਾ ਪੇਸ਼ੈਂਟ ਨੂੰ ਟਾਈਮ ਦਿੰਦੇ ਆ ਜਿੰਨਾ ਇਸ ਹੌਸਪੀਟਲ ਦੇ ਵਿੱਚ ਪੇਸ਼ੈਂਟ ਨੂੰ ਟਾਈਮ ਦਿੱਤਾ ਜਾਂਦਾ ਹੈ। ਜਦੋਂ ਮੈਂ ਇੱਥੇ ਆਈ, ਐਡਮਿਟ ਹੋਏ, ਮੇਰੇ ਹਸਬੈਂਡ ਐਡਮਿਟ ਹੋਏ, ਸਰ ਨੇ ਕਿਹਾ ਕਿ ਤੁਹਾਨੂੰ ਰੈਗੂਲਰ ਜਿਹੜਾ ਟਰੀਟਮੈਂਟ ਲੈਣਾ ਪਏਗਾ, ਮਤਲਬ 100 ਡੇਜ਼ ਤੁਹਾਨੂੰ ਰੈਗੂਲਰ ਫੋਲੋਅਪ ਜਾਂ ਡੇਲੀ ਇਹਨਾਂ ਦੀ ਕਾਉਂਸਲਿੰਗ ਹੋਏਗੀ। ਤੋ ਸਭ ਤੋਂ ਪਹਿਲੇ ਜਿਹੜਾ ਡਿਸੀਜ਼ਨ ਮੈਂ ਲਿਆ ਉਹ ਅਸੀਂ 3 ਮੰਥਸ ਦੀ ਛੁੱਟੀ ਲੈ ਲਈ ਆਫਿਸ ਤੋਂ। ਮੈਂ ਵੀ ਵਰਕਿੰਗ ਹਾਂ, ਮੇਰੇ ਹਸਬੈਂਡ ਵੀ ਵਰਕਿੰਗ ਹੈ। ਅਸੀਂ 3 ਮੰਥਸ ਦੀ ਛੁੱਟੀ ਲੈ ਲਈ, ਬਾਕਾਇਦਾ ਦੱਸ ਕੇ ਲਈ ਕਿ ਇਹ ਟਰੀਟਮੈਂਟ ਅਸੀਂ ਕਰਵਾਉਣ ਲੱਗੇ ਹਾਂ। ਕੋਈ ਸ਼ਰਮ ਵਾਲੀ ਗੱਲ ਨਹੀਂ ਇਹਦੇ 'ਚ। ਜੇ ਇੱਕ ਪ੍ਰੋਬਲਮ ਹੈਗੀ ਹੈ ਤਾਂ ਹੈਗੀ ਹੈ, ਔਰ ਉਹਦਾ ਇਲਾਜ ਕਰਾਉਣਾ ਹੀ ਪਏਗਾ। ਸ਼ਰਮ ਤਾਂ ਆਈ ਥਿੰਕ ਮੈਨੂੰ ਲੱਗਦਾ ਸਰ ਇਸ ਗੱਲ 'ਚ ਜ਼ਿਆਦਾ ਆਉਂਦੀ ਜਦੋਂ ਤੁਹਾਨੂੰ ਕੋਈ ਇੱਕ ਐਡਿਕਟ ਦੀ ਵਾਈਫ ਕਹਿੰਦਾ, ਜਦੋਂ ਤੁਹਾਨੂੰ ਕੋਈ ਇੱਕ ਸ਼ਰਾਬੀ ਦੀ ਵਾਈਫ ਕਹਿੰਦਾ, ਸ਼ਰਾਬੀ ਦੀ ਮਦਰ ਕਹਿੰਦਾ। ਮੈਨੂੰ ਲੱਗਦਾ ਸ਼ਰਮ ਇਸ ਚੀਜ਼ 'ਚ ਜ਼ਿਆਦਾ ਹੈਗੀ ਹੈ। ਸੋ 3 ਮੰਥਸ ਦੀ ਛੁੱਟੀ ਲਈ ਅਸੀਂ ਰੈਗੂਲਰ ਡੇਲੀ ਇੱਥੇ ਆਉਂਦੇ ਸੀਗੇ। ਮੈਂ ਜਦੋਂ ਇੱਥੇ ਇਹਨਾਂ ਕੁਰਸੀਆਂ 'ਤੇ ਬੈਠਣਾ ਸ਼ੁਰੂ ਕੀਤਾ ਤਾਂ ਮੈਂ ਪਹਿਲੀ ਸ਼ੇਅਰਿੰਗ ਨਾ ਨਿਸ਼ਾ ਦੀ ਸੁਣੀ ਸੀ, ਮੈਨੂੰ ਯਾਦ ਹੈ ਥੋੜ੍ਹਾ ਜਿਹਾ, ਅਤੇ ਜਸਬੀਰ ਅੰਕਲ ਨੂੰ ਸੁਣਿਆ। ਅਤੇ ਮੈਂ ਅੰਕਲ ਨੂੰ ਸੁਣ ਕੇ ਨਾ ਮੇਰੇ ਮਨ 'ਚ ਪਹਿਲਾ ਕੁਐਸਚਨ ਇਹ ਆਇਆ ਕਿ ਅੰਕਲ ਠੀਕ ਹੋ ਸਕਦੇ ਹੈ ਅਤੇ ਰਜੇਸ਼ ਵੀ ਠੀਕ ਹੋ ਸਕਦੇ ਹੈ। ਪਰ ਮੇਰੇ ਅੰਦਰ ਇਹ ਚੀਜ਼ ਸੀਗੀ ਕਿ ਅੰਕਲ ਨੇ ਕੀ ਕੀਤਾ ਹੋਏਗਾ ਠੀਕ ਹੋਣ ਲਈ, ਜਿਹੜਾ ਮੈਂ ਵੀ ਕਰਾਂ ਅਤੇ ਸਾਡੀ ਫੈਮਿਲੀ ਵੀ ਠੀਕ ਹੋ ਜਾਏ। ਬਸ ਮੈਂ ਇਸ ਚੀਜ਼ ਨੂੰ ਫੋਲੋ ਕੀਤਾ, ਜੋ ਅੰਕਲ ਨੇ ਕੀਤਾ ਉਹੀ ਮੈਂ ਕੀਤਾ। ਅੰਕਲ ਨੇ ਟਰੀਟਮੈਂਟ, ਜੋ ਅੰਕਲ ਮਤਲਬ ਹੌਲੀ ਹੌਲੀ ਇੱਥੇ ਬੈਠ ਕੇ ਮੈਂ ਸਿੱਖਿਆ, ਜਿਸ ਤਰ੍ਹਾਂ ਮੈਨੂੰ ਸਰ ਨੇ ਗਾਈਡ ਕੀਤਾ। ਅਸੈਪਟੈਂਸ ਆਈ ਪਹਿਲੇ। ਅਸੈਪਟੈਂਸ ਇੰਨੀ ਆਸਾਨੀ ਨਾਲ ਨਹੀਂ ਆਉਂਦੀ ਕਿ ਇਹ ਸਾਡਾ ਪੇਸ਼ੈਂਟ ਇੱਕ ਦਿਮਾਗੀ ਤੌਰ 'ਤੇ ਬਿਮਾਰ ਹੈ, ਟਾਈਮ ਲੱਗਦਾ। ਬਟ ਆਈ ਥਿੰਕ ਇਹ ਅਸੈਪਟੈਂਸ ਜ਼ਿਆਦਾ ਈਜ਼ੀ ਹੈ। ਮੈਂ ਫਿਰ ਇਹ ਰਿਪੀਟ ਕਰੂੰਗੀ ਕਿ ਇਸ ਅਸੈਪਟੈਂਸ ਨਾਲੋਂ ਕਿ ਸੋਸਾਇਟੀ ਤੁਹਾਨੂੰ ਇੱਕ ਸ਼ਰਾਬੀ ਦੀ ਵਾਈਫ ਕਹੇ, ਉਹਦੇ ਨਾਲੋਂ ਇਹ ਅਸੈਪਟੈਂਸ ਜ਼ਿਆਦਾ ਈਜ਼ੀ ਹੈ ਕਿ ਤੁਹਾਡੇ ਹਸਬੈਂਡ ਜਾਂ ਤੁਹਾਡਾ ਲਵਡ ਵਨ ਇੱਕ ਦਿਮਾਗੀ ਬਿਮਾਰੀ ਦਾ ਮਰੀਜ਼ ਹੈ, ਨਸ਼ੇ ਦਾ ਮਰੀਜ਼ ਨਹੀਂ ਹੈ। ਨਸ਼ੇ ਦੇ ਰੂਟ ਕਾਜ਼ 'ਚ ਜਾਈਏ ਤਾਂ ਨਸ਼ਾ ਉਹਦੀ ਲਾਈਫ 'ਚ ਕੋਈ ਜੰਮਦਿਆਂ ਨਹੀਂ ਆਇਆ, ਉਹ ਸਿੱਖ ਕੇ ਨਹੀਂ ਆਇਆ। ਉਹ ਇੱਥੇ ਇਸ ਇਨਵਾਇਰਮੈਂਟ 'ਚ, ਘਰ ਦੇ ਇਨਵਾਇਰਮੈਂਟ 'ਚ, ਸੁਸਾਇਟੀ ਦੇ ਇਨਵਾਇਰਮੈਂਟ 'ਚ ਇੱਥੇ ਆ ਕੇ ਹੀ ਉਹਨੇ ਨਸ਼ਾ ਕਰਨਾ ਸਿੱਖਿਆ। ਅਤੇ ਕਦੋਂ ਬਿਮਾਰੀ ਬਣੀ ਹੈ ਇਹ ਸਾਨੂੰ ਵੀ ਪਤਾ ਨਹੀਂ ਲੱਗਦਾ, ਕਿਉਂਕਿ ਅਸੀਂ ਅਵੇਅਰ ਨਹੀਂ ਹੁੰਦੇ ਇਸ ਚੀਜ਼ ਨਾਲ, ਇਸ ਕਰਕੇ। ਸੋ ਸੈਕਿੰਡਲੀ ਮੈਂ ਜੋ ਕੀਤਾ ਉਹ ਮੈਂ ਸਰੈਂਡਰ ਕੀਤਾ ਸਰ ਨੂੰ ਪੂਰਾ। ਜਿਸ ਤਰ੍ਹਾਂ ਸਰ ਨੇ ਮੈਨੂੰ ਕਿਹਾ ਕਰਨਾ ਹੈ ਮੈਂ ਉਸ ਤਰ੍ਹਾਂ ਹੀ ਕੀਤਾ, ਬਿਨਾਂ ਕਿਸੇ ਕਿੰਤੂ ਪਰੰਤੂ ਤੋਂ, ਬਿਨਾਂ ਕਿਸੇ ਕੁਐਸਚਨ ਤੋਂ ਕਿ ਅੱਜ ਸਰ ਨੇ ਕਿਹਾ ਕਿ ਇਹ ਕਰਨਾ ਅਤੇ ਅੱਜ ਇਹੀ ਕੀਤਾ। 3 ਮੰਥਸ ਮਤਲਬ ਅਸੀਂ ਆਫਿਸ ਨਹੀਂ ਗਏ, ਔਰ 1 ਸਾਲ ਤੱਕ ਮੈਂ ਆਪਣਾ ਇੱਧਰ ਉੱਧਰ ਕਿਤੇ ਨਹੀਂ ਦੇਖਿਆ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਕੁਛ ਨਹੀਂ। 1 ਸਾਲ ਪੂਰਾ ਇਹਨਾਂ ਕੁਰਸੀਆਂ ਨੂੰ ਦਿੱਤਾ ਹੈ, ਬਿਨ ਨਾਗਾ।
ਇਹਨਾਂ ਕੁਰਸੀਆਂ ਤੇ ਬੈਠ ਕੇ ਇਹ ਦੇਖਣਾ ਕਿ ਕੌਣ ਬੋਲ ਰਿਹਾ ਹੈ, ਕੀ ਸ਼ੇਅਰਿੰਗ ਕਰ ਰਿਹਾ ਹੈ, ਉਹ ਕੀ ਦੱਸ ਰਿਹਾ ਹੈ ਜਾਂ ਸਰ ਕੀ ਦੱਸ ਰਿਹਾ ਹੈ ਬਿਮਾਰੀ ਬਾਰੇ, ਮੇਰੇ ਹਸਬੈਂਡ 'ਚ ਕਿਹੜੀਆਂ ਚੀਜ਼ਾਂ ਰਿਲੇਟ ਕਰਦੀਆਂ ਨੇ, ਕਿਹੜੀਆਂ ਚੀਜ਼ਾਂ ਮੈਂ ਠੀਕ ਕਰਨੀਆਂ ਨੇ, ਆਪਣੇ ਆਪ 'ਚ ਠੀਕ ਕਰਨੀਆਂ ਨੇ। ਜੇ ਉਹ ਕਹਿੰਦੇ ਆ ਕਿ ਫੈਮਿਲੀ ਪ੍ਰੋਗਰਾਮ ਹੈ, ਫੈਮਿਲੀ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ, ਤੇ ਮੈਂ ਕੀ ਚੇਂਜ ਕਰਨਾ ਆਪਣੇ ਆਪ ਨੂੰ, ਮੈਂ ਇਹ ਸੁਣਦੀ ਹੁੰਦੀ ਸੀ 1 ਸਾਲ ਤੱਕ। ਮਤਲਬ ਬੜੀਆਂ ਪ੍ਰੋਬਲਮਸ ਆਈਆਂ ਕਿਉਂਕਿ ਅਸੀਂ ਨਾ ਸੁਸਾਇਟੀ 'ਚ ਫਸੇ ਹੁੰਦੇ ਹਾਂ, ਰਿਸ਼ਤੇਦਾਰੀਆਂ 'ਚ, ਫਲਾਣਾ ਨਾ ਨਾਰਾਜ਼ ਹੋ ਜੇ, ਇਹ ਨਾ ਹੋ ਜੇ, ਉਹ ਨਾ ਹੋ ਜੇ। ਮੈਂ ਨਹੀਂ ਕਿਸੇ ਦੀ ਪਰਵਾਹ ਕੀਤੀ। ਜਿਹੜਾ ਕੋਈ ਨਾਰਾਜ਼ ਹੋਇਆ ਉਹ ਨਾਰਾਜ਼ ਰਹੇ, ਜਿਸ ਤਰ੍ਹਾਂ ਮਰਜ਼ੀ ਰਹੇ। ਮੇਰੇ ਲਈ ਇੰਪੋਰਟੈਂਸ ਸੀਗੀ ਮੇਰੇ ਹਸਬੈਂਡ ਦਾ ਠੀਕ ਹੋਣਾ, ਕਿਉਂਕਿ ਮੇਰੀ ਪ੍ਰਾਇੋਰਟੀ ਉਹ ਹੀ ਨੇ। ਮੇਰੀ ਦੁਨੀਆ ਉੱਥੋਂ ਤੱਕ ਹੀ, ਜੀ ਉਹ ਹੀ ਨਹੀਂ ਰਹਿਣਗੇ ਤਾਂ ਮੈਂ ਰਿਸ਼ਤੇਦਾਰੀ ਨੂੰ ਕੀ ਕਰਨਾ ਬਾਅਦ 'ਚ। 2 ਘੜੀਆਂ ਰੋ ਕੇ ਚਲੇ ਜਾਣਗੇ ਬਸ, ਹੋਰ ਇਸ ਤੋਂ ਜ਼ਿਆਦਾ ਤਾਂ ਨਹੀਂ ਨਾ ਕੋਈ ਸਾਥ ਦਿੰਦਾ, ਜੋ ਪ੍ਰੈਕਟੀਕਲ ਚੀਜ਼ ਹੈ। ਮਤਲਬ ਉਸ ਤੋਂ ਬਾਅਦ ਫਿਰ ਮਤਲਬ ਹੌਲੀ ਹੌਲੀ ਆਪਾਂ ਰਿਕਵਰੀ 'ਚ ਆਏ। ਰਿਕਵਰੀ 'ਚ ਇਨ ਦੀ ਸੈਂਸ ਕਿ ਰਿਕਵਰੀ ਇਹ ਨਹੀਂ ਹੈ ਕਿ ਪੇਸ਼ੈਂਟ ਨੇ ਨਸ਼ਾ ਛੱਡ ਦਿੱਤਾ ਅਤੇ ਆਪਾਂ ਕਹੀਏ ਕਿ ਰਿਕਵਰੀ ਆ ਗਈ ਹੈ, ਰਿਕਵਰੀ ਠੀਕ ਹੋ ਗਿਆ, ਆਪਣਾ ਪੇਸ਼ੈਂਟ ਠੀਕ ਹੋ ਗਿਆ। ਰਿਕਵਰੀ ਉਦੋਂ ਆਉਂਦੀ ਜਦੋਂ ਪੇਸ਼ੈਂਟ ਅਤੇ ਫੈਮਿਲੀ ਦੋਨੋਂ ਪੈਰਲਰ ਆਪਣੇ ਕਰੈਕਟਰ ਫਲॉस 'ਤੇ ਕੰਮ ਕਰਦੇ ਹੈ। ਫੈਮਿਲੀ ਵੀ ਆਪਣੇ ਕਰੈਕਟਰ ਫਲॉस 'ਤੇ ਕੰਮ ਕਰਦੀ ਹੈ ਕਿ ਮੇਰੇ 'ਚ ਇਹ ਕਮੀਆਂ ਰਹੀਆਂ ਪਹਿਲੇ, ਜਿਸ ਕਰਕੇ ਮੇਰੇ ਘਰ ਇਹ ਬਿਮਾਰੀ ਆਈ, ਅਤੇ ਪੇਸ਼ੈਂਟ ਵੀ ਆਪਣੇ 'ਤੇ ਕੰਮ ਕਰਦਾ ਹੈ ਹੌਲੀ ਹੌਲੀ। ਪੇਸ਼ੈਂਟ ਲਈ ਥੋੜ੍ਹਾ ਡਿਫੀਕਲਟ ਹੁੰਦਾ ਹੈ ਕਿਉਂਕਿ ਪੇਸ਼ੈਂਟ ਨੂੰ ਟਾਈਮ ਲੱਗਦਾ ਹੈ ਇਸ ਚੀਜ਼ ਨੂੰ ਕਰਨ 'ਚ, ਪਹਿਲੇ ਫੈਮਿਲੀ ਨੂੰ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਫੈਮਿਲੀ ਕਰੀ ਜਾਂਦੀ ਹੈ ਉਸ ਤਰ੍ਹਾਂ ਹੀ ਮਤਲਬ ਪੈਰਲਰਲੀ ਉਹਦੇ ਵਿੱਚ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਹੈ। ਸੋ ਰਿਕਵਰੀ ਇੱਕ ਮਤਲਬ ਨਾ ਸਰ ਬੋਲਦੇ ਨਾ ਪ੍ਰੋਸੈਸ ਹੈ। ਮੈਂ ਤਾਂ ਸੋਚਦੀ ਪ੍ਰੋਸੈਸ ਵੀ ਮਤਲਬ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹੜਾ ਤੁਸੀਂ ਡੇਲੀ ਐਕਸਪੀਰੀਅੰਸ ਕਰਦੇ ਹੋ। ਇਸ ਤਰ੍ਹਾਂ ਨਹੀਂ ਕਿ ਅੱਜ ਇਹ ਹੋਊਗਾ, ਕੋਈ ਪ੍ਰੀਡਿਕਸ਼ਨ ਹੈ ਕਿ ਅੱਜ ਹੀ ਹੋਏਗਾ ਤੁਹਾਡੇ ਨਾਲ ਜਾਂ ਅੱਜ ਹੀ ਹੋਏਗਾ ਪੇਸ਼ੈਂਟ ਨਾਲ। ਡੇਲੀ ਇੱਕ ਨਵਾਂ ਐਕਸਪੀਰੀਅੰਸ ਹੈ ਰਿਕਵਰੀ। ਸੋ 4 ਸਾਲ ਤੋਂ ਆਪਾਂ ਇਸ ਆਰਗੇਨਾਈਜੇਸ਼ਨ ਦੇ ਨਾਲ ਚੱਲ ਰਹੇ ਹਾਂ, ਵਧੀਆ ਚੱਲ ਰਿਹਾ, ਸਭ ਕੁਛ ਫਾਈਨ ਚੱਲ ਰਿਹਾ। ਮੈਂ ਕਈ ਵਾਰੀ ਇੱਥੇ ਸੁਣਦੀ ਹਾਂ, ਹੁਣ ਅੱਜ ਇਸ ਸਟੇਜ 'ਤੇ ਸੁਣਦੀ ਹਾਂ ਤਾਂ ਮੈਨੂੰ ਵੀ ਤਕਲੀਫ ਬੜੀ ਹੁੰਦੀ ਹੈ ਜਦੋਂ ਨਮਰਤਾ ਮੈਮ ਬੋਲਦੇ ਆ ਫੈਮਲੀਜ਼ ਅੰਡਰਸਟੈਂਡ ਨਹੀਂ ਕਰਦੇ, ਫੈਮਲੀਜ਼ ਇਸ ਤਰ੍ਹਾਂ, ਸੋਸ਼ਲ ਸਟਿਗਮਾ। ਮੈਂ ਇਹ ਪੁੱਛਣਾ ਚਾਹੁੰਦੀ ਤੁਹਾਨੂੰ ਸਾਰਿਆਂ ਨੂੰ ਕਿ ਜੇ ਸਾਡਾ ਲਵਡ ਵਨ ਨਹੀਂ ਰਹੇਗਾ ਨਾ, ਤਾਂ ਮੇਰੇ ਖਿਆਲ 7 ਪੁਸ਼ਤਾਂ ਤੱਕ ਇਹ ਚੀਜ਼ ਚੱਲਦੀ ਹੈ ਕਿ ਸ਼ਰਾਬੀ ਦਾ ਬੱਚੇ ਸੀਗੇ, ਸ਼ਰਾਬੀ ਦੀ ਫੈਮਿਲੀ ਹੈ। ਜੇ ਕਿਸੇ ਨੇ ਕੋਈ ਫੀਲ ਕਰਕੇ ਇਸ ਚੀਜ਼ ਨੂੰ ਸਮਝੇ ਤੇ ਜੇ ਅਸੀਂ ਰਿਕਵਰੀ 'ਚ ਆ ਜਾਈਏ ਤਾਂ ਫਿਰ ਸਾਡੀ ਜਨਰੇਸ਼ਨਸ ਚੇਂਜ ਹੁੰਦੀਆਂ ਨੇ। ਇਹ ਮੈਂ ਆਪਣੇ ਘਰ 'ਚ ਦੇਖਿਆ, ਆਪਣੇ ਬੱਚਿਆਂ 'ਚ ਚੇਂਜ ਦੇਖਿਆ। ਅਤੇ ਮੇਰੇ ਜਿਹੜੇ ਮਤਲਬ ਮੇਰੇ ਪੇਰੈਂਟਸ ਕਹਿ ਲਓ ਜਾਂ ਮੇਰੇ ਉਹ ਮਹਿਸੂਸ ਕਰਦੇ ਹੈ ਕਿਉਂਕਿ ਅਸੀਂ ਜੀਨਸ 'ਚ ਇਹ ਬਿਮਾਰੀ ਦੇਖੀ ਹੈ। ਸੋ ਮੈਨੂੰ ਲੱਗਦਾ ਹੈ ਕਿ ਕੋਈ ਸੋਸ਼ਲ ਸਟਿਗਮਾ ਨਹੀਂ ਹੈ ਇਲਾਜ ਕਰਾਉਣ ਦੇ ਵਿੱਚ। ਮੈਂ ਤਾਂ ਇਸ ਚੀਜ਼ ਨੂੰ ਬਿਲਕੁਲ ਨਹੀਂ ਐਗਰੀ ਕਰਦੀ। ਸਟਿਗਮਾ ਇਸ ਚੀਜ਼ 'ਚ ਹੈ ਕਿ ਜਦੋਂ ਕਿਤੇ ਨਾ ਕਿਤੇ ਤਾਂ ਸਾਨੂੰ ਪਤਾ ਹੀ ਹੈ ਕਿ ਲੋਕ ਸਾਡੇ ਬਾਰੇ ਗੱਲਾਂ ਕਰਦੇ ਹੈ, ਅਤੇ ਜੇ ਅਸੀਂ ਇਲਾਜ ਕਰਾ ਲਈਏ ਤਾਂ ਜ਼ਿਆਦਾ ਵਧੀਆ। ਬਲਕਿ ਰਿਸਪੈਕਟ ਨਾਲ ਦੇਖਦੇ ਆ। ਜਦੋਂ ਇੱਕ ਪੇਸ਼ੈਂਟ, ਅੱਜ ਹਸਬੈਂਡ ਮੇਰੇ ਅੱਛੀ ਪਰਫੋਰਮੈਂਸ ਦੇ ਰਹੇ, ਆਫਿਸ ਜਾਂਦੇ ਹੈ, ਆਫਿਸ ਦਾ ਕੰਮ ਕਰਦੇ ਹੈ, ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲਦੀ ਹੈ, ਤਾਂ ਕਿਤੇ ਨਾ ਕਿਤੇ ਲੋਕ ਸੋਚਦੇ ਹੈ ਨਾ ਵੀ ਇਹਨੇ ਇਲਾਜ ਕਰਾਇਆ ਅਤੇ ਠੀਕ ਹੋ ਗਿਆ, ਅਤੇ ਉਸ ਚੀਜ਼ 'ਚ ਖੁਸ਼ੀ ਜ਼ਿਆਦਾ ਮਿਲਦੀ ਹੈ। ਮੈਨੂੰ 2-3 ਗੱਲਾਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਇੱਕ ਤੁਸੀਂ ਬੜੀ ਵੱਡੀ ਗੱਲ ਕੀਤੀ, ਇੱਕ ਤਾਂ ਤੁਸੀਂ ਬਾਰ-ਬਾਰ ਲਵਡ ਵਨ ਕਹਿ ਰਹੇ ਹੋ, ਹਸਬੈਂਡ ਨਹੀਂ ਕਹਿ ਰਹੇ, ਲਵਡ ਵਨ। ਮਤਲਬ ਸਾਨੂੰ ਲਵਡ ਵਨ, ਹਸਬੈਂਡ ਨੂੰ ਲਵਡ ਵਨ ਕਹਿਣਾ ਠੀਕ ਹੈ? ਸਰ ਠੀਕ ਹੈ ਸਰ, ਕਿਉਂਕਿ ਮੈਂ ਪਹਿਲੀ ਜਦੋਂ ਸ਼ੇਅਰਿੰਗ ਕੀਤੀ ਸੀ ਨਾ, ਅਤੇ ਮੈਂ 3-4 ਜਣੇ ਉਦੋਂ ਫੈਮਲੀਜ਼ ਆਉਂਦੀਆਂ ਹੁੰਦੀਆਂ ਸੀ। ਇੱਕ ਫੈਮਿਲੀ ਜਿਸ ਤਰ੍ਹਾਂ ਜੰਮੂ ਤੋਂ ਆਉਂਦੀ ਸੀਗੀ, ਮੈਨੂੰ ਯਾਦ ਹੈ, ਉਹ ਨਾ ਬਹੁਤ ਮਤਲਬ ਸ਼ੇਅਰਿੰਗ ਕਰਦੇ ਸੀ ਅਤੇ ਪੇਸ਼ੈਂਟ ਲਈ ਨਾ ਬੜਾ ਡਿਸਰਿਸਪੈਕਟਫੁਲ ਵਰਡਸ ਯੂਜ਼ ਕਰਦੇ ਹੁੰਦੇ ਸੀ ਸ਼ੇਅਰਿੰਗ 'ਚ। ਜਦੋਂ ਮੈਂ ਆਪਣੀ ਫਸਟ ਸ਼ੇਅਰਿੰਗ ਕੀਤੀ ਸੀ ਤਾਂ ਮੈਂ ਇਹੀ ਕਿਹਾ ਸੀਗਾ ਕਿ ਉਹ ਵੀ ਜਿਹੜਾ ਸਾਡਾ ਲਵਡ ਵਨ ਹੈ ਜਾਂ ਹਸਬੈਂਡ ਹੈ, ਬੇਟਾ ਹੈ, ਜੋ ਵੀ ਹੈ, ਉਹ ਕੋਈ ਮਤਲਬ ਮਾਂ ਦੇ ਪੇਟ 'ਚੋਂ ਨਸ਼ਾ ਕਰਨਾ ਸਿੱਖ ਕੇ ਨਹੀਂ ਆਇਆ। ਦੁਨੀਆ 'ਚ ਹੀ ਆ ਕੇ ਸਿੱਖਿਆ, ਘਰ 'ਚ ਹੀ ਆ ਕੇ ਸਿੱਖਿਆ, ਅਤੇ ਫਿਰ ਅਸੀਂ ਉਹਨੂੰ ਨਫ਼ਰਤ ਕਿਉਂ ਕਰਨੀ? ਸੋ ਇਸ ਕਰਕੇ ਸਰ ਮੈਨੂੰ ਲੱਗਦਾ ਕਿ ਨਫ਼ਰਤ ਤਾਂ ਬਿਲਕੁਲ ਹੀ ਸਰ ਉਹ ਡਿਜ਼ਰਵ ਨਹੀਂ ਕਰਦਾ ਕਿ ਅਸੀਂ ਉਹਨੂੰ ਨਫ਼ਰਤ ਕਰੀਏ। ਅਸੀਂ ਉਹਨੂੰ ਠੀਕ ਹੈ, ਗੁੱਸਾ ਆਉਂਦਾ, ਗੁੱਸਾ ਮੈਂ ਵੀ ਕਰਦੀ ਹੁੰਦੀ ਸੀਗੀ, ਪਰ ਮੈਂ ਅਵੇਅਰ ਨਹੀਂ ਸੀ ਨਾ ਕਿ ਇਹ ਇੱਕ ਮੈਂਟਲ ਡਿਸਆਰਡਰ ਹੈ, ਬ੍ਰੇਨ ਡਿਸਆਰਡਰ ਹੈ। ਪਰ ਜਦੋਂ ਪਤਾ ਲੱਗ ਗਿਆ ਉਸ ਤੋਂ ਬਾਅਦ ਸਰ ਮੈਂ ਕਦੀ ਵੀ ਉਹਨਾਂ ਦੀ ਰਿਸਪੈਕਟ ਦੇ ਵਿੱਚ ਮਤਲਬ ਉਹ ਨਹੀਂ ਕੀਤਾ। ਬੜਾ ਔਖਾ ਇਸ ਚੀਜ਼ ਨੂੰ ਕਹਿਣਾ ਅਤੇ ਐਕਚੁਅਲੀ ਕਰਨਾ, ਕਿਉਂਕਿ ਨਾ ਮਤਲਬ ਸੁਸਾਇਟੀ ਅਤੇ ਸਾਰੀਆਂ ਚੀਜ਼ਾਂ ਦਾ, ਫੈਮਿਲੀ ਦਾ ਇਨਫਲੂਐਂਸ, ਜਿਹਨੂੰ ਤੁਸੀਂ ਦੱਸੋ ਕਿ ਸਾਡਾ ਪੇਸ਼ੈਂਟ ਇੱਕ ਅਲਕੋਹਲਿਕ ਹੈ, ਅਤੇ ਕਿਤੇ ਨਾ ਕਿਤੇ ਡਿਸਰਿਸਪੈਕਟ ਦਾ ਨਾ ਇਸ ਤਰ੍ਹਾਂ ਮੁੱਦਾ ਵੜਿਆ ਹੋਇਆ ਕਿ ਜਿਸ ਤਰ੍ਹਾਂ ਇੱਕਦਮ ਉਸ ਇਨਸਾਨ ਦੀ
ਮੈਂ ਤਾਂ ਇਹ ਵੀ ਦੇਖਿਆ ਕਿ ਕੋਈ ਇੱਕ ਅੱਛਾ ਭਲਾ ਇਨਸਾਨ ਤੁਹਾਡੇ ਕੋਲ ਬੈਠਾ ਹੋਏਗਾ ਨਾ, ਤੇ ਜਦੋਂ ਕੋਈ ਉਹ ਆਪਣੇ ਕਿਸੇ ਨੂੰ ਕਹੇਗਾ ਨਾ ਕਿ ਮੈਂ ਸਾਈਕੈਟਰੀ ਦੀ ਮੈਡੀਸਿਨ ਖਾ ਰਿਹਾ, ਮੈਂ ਜਾਂ ਡਿਪਰੈਸ਼ਨ ਦੀ ਮੈਡੀਸਿਨ ਖਾ ਲਿਆ, ਉਸੇ ਵੇਲੇ ਉਹਦੀ ਕ੍ਰੈਡੀਬਿਲਿਟੀ ਘਟਾ ਦੇਣਗੇ। ਮਤਲਬ ਉਸ ਇਨਸਾਨ ਵਾਸਤੇ ਜਿਹਨੇ ਇਹ ਕਹਿ ਦਿੱਤਾ ਨਾ ਕਿ ਮੈਂ ਡਿਪਰੈਸ਼ਨ ਦੀ ਮੈਡੀਸਿਨ ਖਾ ਰਿਹਾ, ਜਾਂ ਮੈਂ ਡਾਕਟਰ ਸਾਹਿਬ ਕੋਲੋਂ ਸਟ੍ਰੈਸ ਦੀ ਮੈਡੀਸਿਨ ਖਾ ਰਿਹਾ, ਜਾਂ ਮੈਂ ਇਸ ਤਰ੍ਹਾਂ ਦੀ ਮੈਡੀਸਿਨ, ਉਹਦਾ ਇੱਕਦਮ ਕ੍ਰੈਡੀਬਿਲਿਟੀ ਘਟਾ ਦੇਣਗੇ, ਉਹਦੀ ਰਿਸਪੈਕਟ ਉਸੇ ਵੇਲੇ ਘਟ ਦੇਗੀ। ਮਤਲਬ ਮੈਂ ਇਹੋ ਜਿਹੇ ਇਨਸਾਨ ਵੀ ਦੇਖੇ ਆ ਜਦੋਂ ਕਿ ਇਕੱਠੇ ਬੈਠ ਕੇ ਉਹ ਟੀ ਸਰਵ ਹੋ ਰਹੀ ਹੈ ਅਤੇ ਚਾਹ ਸਰਵ ਹੋ ਰਹੀ ਹੈ, ਅਤੇ ਇੱਕ ਮਤਲਬ ਦੇਖੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਾਈਕਰੋ ਨੋਟਿਸ ਕਰਦੇ ਹਾਂ ਕਿ ਜਦੋਂ ਤੱਕ ਉਹਨਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਇਹ ਪੇਸ਼ੈਂਟ ਆ। ਉਹ ਮੇਰੇ ਨਾਲ ਹੀ ਗਏ ਕਿਸੇ ਜਗ੍ਹਾ 'ਤੇ ਜਾ ਕੇ, ਇੱਕ ਮਤਲਬ ਜਗ੍ਹਾ 'ਤੇ ਅਸੀਂ ਗਏ, ਰਿਪਰੈਜ਼ੈਂਟ ਕੀਤਾ। ਉਹਨਾਂ ਦੀ ਪਰਸਨੈਲਿਟੀ ਦੇਖ ਕੇ ਉਹਨਾਂ ਨੂੰ ਸਭ ਕੁਝ ਆਫਰ ਹੋ ਰਿਹਾ ਸੀਗਾ, ਕੇਕ ਵੀ, ਸਾਰਾ ਕੁਝ ਆਫਰ ਹੋ ਰਿਹਾ ਸੀਗਾ, ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਨੂੰ ਹੋ ਰਿਹਾ ਸੀ, ਜਿਸ ਤਰ੍ਹਾਂ ਕਮਿਸ਼ਨਰ ਨੂੰ, ਜਿਸ ਤਰ੍ਹਾਂ ਐਸਐਸਪੀ ਨੂੰ, ਉਸ ਤਰ੍ਹਾਂ ਹੀ। ਐਂਡ ਜਦੋਂ ਮੈਂ ਦੇਖਿਆ ਕਿ ਉਹਨਾਂ ਨੇ ਇਹ ਸ਼ੋਰ ਕੀਤਾ ਕਿ ਮੈਂ ਇੱਕ ਅਡਿਕਟ ਦੀ ਵਾਈਫ ਹਾਂ, ਜਾਂ ਮੈਂ ਇੱਕ ਪੇਸ਼ੈਂਟ ਹਾਂ, ਜਾਂ ਮੈਂ ਅੰਡਰ ਮੈਡੀਕੇਸ਼ਨ ਹਾਂ, ਮੈਂ ਆਪ ਹੀ ਮੈਡੀਕੇਸ਼ਨ ਲੈ ਰਹੀ ਹਾਂ, ਉਸੇ ਵੇਲੇ ਉਹ ਹੱਥ ਪਿੱਛੇ ਆ ਗਿਆ। ਮਤਲਬ ਆਈ ਕੁਡ ਇਮੈਜਨ ਦੈਟ ਕਿ ਵੀ ਮੋਸਟ ਪੜ੍ਹੇ ਲਿਖੇ ਲੋਕੀ ਦੁਨੀਆ ਦੇ, ਜਿਹੜੇ ਕਿ ਕਮਿਸ਼ਨਰ ਲੈਵਲ ਦੇ ਲੋਕੀ ਹੈ, ਤੁਸੀਂ ਬਾਕੀਆਂ ਨੂੰ ਤਾਂ ਕੀ ਕਹਿਣਾ, ਉਹਨਾਂ ਦੇ ਵਿੱਚ ਵੀ ਯੂ ਕੈਨ ਸੀ ਦ ਐਟੀਟਿਊਡ ਆਫ ਡਿਸਰਿਸਪੈਕਟ। ਐਨੀ ਮਾਈਕਰੋਸਕੋਪਿਕਲੀ ਆਈ ਆਬਜ਼ਰਵ ਕਿ ਮੇਰੇ ਪੇਸ਼ੈਂਟ ਦੀ ਕੋਈ ਰਿਸਪੈਕਟ ਕਰਦਾ ਕਿ ਨਹੀਂ ਕਰਦਾ। ਬਟ ਆਈ ਐਮ ਵੈਰੀ ਮਤਲਬ ਪਰਟੀਕੂਲਰ ਅਬਾਊਟ ਇਟ ਕਿ ਜਦੋਂ ਕੋਈ ਮੇਰੇ ਪੇਸ਼ੈਂਟ ਦੀ ਡਿਸਰਿਸਪੈਕਟ ਕਰਦਾ ਤਾਂ ਮੈਨੂੰ ਉਸ ਬੰਦੇ ਦੀ ਰਿਸਪੈਕਟ ਘੱਟ ਜਾਂਦੀ। ਮੈਂ ਕਹਿੰਦਾ ਯਾਰ ਜੇ ਮੇਰੇ ਪੇਸ਼ੈਂਟ ਦੀ ਰਿਸਪੈਕਟ ਨਹੀਂ ਕਰ ਰਿਹਾ, ਮੈਂ ਜਦੋਂ ਇਹ ਕਹਿੰਦਾ ਕਿ ਹਾਂ ਮੇਰੇ ਨਾਲ ਕੁਲੀਗ ਸਾਈਕੈਟਰਿਸਟ ਆਏ ਹੈ ਅਤੇ ਰਿਸਪੈਕਟ ਹੋ ਰਿਹਾ। ਜੇ ਮੈਂ ਕੋਈ ਇਹ ਕਹਿੰਦਾ ਕਿ ਇਹ ਸ਼ੀ ਇਜ਼ ਦ ਵਾਈਫ ਆਫ ਏ ਪੇਸ਼ੈਂਟ ਹੂ ਇਜ਼ ਅੰਡਰਗੋਇੰਗ ਦਾ ਟਰੀਟਮੈਂਟ, ਇਜ਼ ਸਕਸੈਸਫੁਲੀ ਟਰੀਟਡ ਐਂਡ ਦੇ ਆਰ, ਮਤਲਬ ਇਹਨਾਂ ਵਾਸਤੇ ਇੱਕ ਰਿਸਪੈਕਟ ਹੈ, ਉਹਨਾਂ ਦੀ ਉਹ ਰਿਸਪੈਕਟ ਨਹੀਂ ਆਉਂਦੀ, ਉਹ ਚੇਅਰ ਨਹੀਂ ਦੇਣਗੇ ਉਸ ਵੇਲੇ। ਉਹ ਮਤਲਬ ਇਸ ਤੋਂ ਜ਼ਿਆਦਾ ਵੱਡੀ ਕੀ ਗੱਲ ਹੈ ਕਿ ਚਾਹ ਸਰਵ ਕਰਦੇ ਕਰਦੇ ਨਹੀਂ ਸਰਵ ਕਰਨਗੇ। ਸੋ ਇਟ ਇਜ਼ ਇਹ ਕੋਈ ਬਹੁਤ ਹੀ, ਬਟ ਮੈਂ ਫੈਮਲੀਜ਼ ਵਾਸਤੇ ਵੀ ਇਹ ਗੱਲ ਕਹਿੰਦਾ ਕਿਉਂਕਿ ਇਸ ਤਰ੍ਹਾਂ ਦੇ ਸਾਡੀ ਸੁਸਾਇਟੀ ਹੈ ਨਾ ਦੇ ਵਿੱਚ, ਦੁਨੀਆ ਦੇ ਵਿੱਚ, ਇਹ ਨਹੀਂ ਹੈ ਕਿ ਸਿਰਫ ਇੰਡੀਆ ਦੇ ਵਿੱਚ ਹੀ ਹੈ, ਸਾਡੇ ਪੇਸ਼ੈਂਟਸ ਨੂੰ ਉਹ ਰਿਸਪੈਕਟ ਨਹੀਂ ਮਿਲਦੀ। ਹਾਲਾਂਕਿ ਚਾਹੀਦੀ ਸਿਰਫ ਰਿਸਪੈਕਟ ਹੈ, ਸਿਰਫ ਤੇ ਸਿਰਫ ਰਿਸਪੈਕਟ ਹੁੰਦੀ ਹੈ ਜਿਹੜੀ ਕਿ ਸਾਰਾ ਦਾ ਸਾਰਾ ਜਿਹੜਾ ਨਾ ਓਵਰਟਰਨ ਕਰ ਸਕਦੀ ਟਰੀਟਮੈਂਟ ਨੂੰ। ਹੁਣ ਜਦੋਂ ਤੁਸੀਂ ਇਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਮਤਲਬ ਅੰਡਰਸਟੈਂਡ ਕੀਤਾ ਕਿ ਰਿਸਪੈਕਟ ਇੰਨਾ ਇੰਪੋਰਟੈਂਟ ਵਾਈਟਲ ਬਿਹੇਵੀਅਰ ਹੈ? ਸਰ ਜਦੋਂ ਇਹ ਐਕਸੈਪਟ ਕਰ ਲਿਆ ਕਿ ਇੱਕ ਡਿਜ਼ੀਜ਼ ਹੈ, ਉਹਨੂੰ ਇੱਕ ਡਿਜ਼ੀਜ਼ ਹੈ, ਉਹ ਡਿਜ਼ੀਜ਼ ਦੇ ਅੰਡਰ ਹੀ ਸਾਰੇ ਬਿਹੇਵੀਅਰ ਕਰ ਰਿਹਾ, ਤੇ ਫਿਰ ਰਿਸਪੈਕਟ ਆਪਣੇ ਆਪ ਆ ਜਾਂਦੀ। ਸਰ ਜੇ ਮੈਨੂੰ ਕੋਈ ਡਿਜ਼ੀਜ਼ ਹੈ ਤੇ ਮੇਰੀ ਰਿਸਪੈਕਟ ਫੈਮਿਲੀ ਕਰ ਰਹੀ ਹੈ, ਮਤਲਬ ਇਹ ਇਸ ਟਾਈਮ ਬਿਮਾਰ ਹੈ, ਇਹਦਾ ਮਤਲਬ ਇਹ ਪ੍ਰੋਬਲਮ ਚੱਲ ਰਹੀ ਹੈ, ਤੇ ਮੈਂ ਇਹਨੂੰ ਰਿਸਪੈਕਟ ਨਾਲ ਡੀਲ ਕਰੀਏ, ਇਹਨੂੰ ਰਿਸਪੈਕਟਫੁਲੀ ਇਹਦੀ ਕੇਅਰ ਕਰੀਏ। ਸੇਮ ਹੀ ਚੀਜ਼ ਅਸੀਂ ਆਪਣੇ ਉਹਦੇ ਨਾਲ ਪੇਸ਼ੈਂਟ ਨਾਲ ਕਰਨੀ ਹੈ ਕਿ ਠੀਕ ਹੈ ਸਰ, ਉਹਨੇ ਜੋ ਵੀ ਕੀਤਾ ਉਹ ਇੱਕ ਬਿਮਾਰੀ ਦੇ ਇਨਫਲੂਐਂਸ 'ਚ ਕੀਤਾ, ਉਹਨੇ ਜਾਣਬੁੱਝ ਕੇ ਨਹੀਂ ਕੀਤਾ। ਕਿਉਂਕਿ ਮੈਨੂੰ ਨਹੀਂ ਲੱਗਦਾ ਸਰ, ਜੇ ਮੈਂ ਡੀਪਲੀ ਸੋਚਾਂ ਤਾਂ ਮੈਂ ਕਦੀ ਵੀ ਇਮੈਜਿਨ ਨਹੀਂ ਕਰ ਸਕਦੀ ਕਿ ਜਿਹੜੇ ਬਿਹੇਵੀਅਰ ਐਡਿਕਸ਼ਨ ਦੇ ਦੌਰਾਨ ਰਜੇਸ਼ ਮੇਰੇ ਨਾਲ ਕਰਦੇ ਰਹੇ ਹੈ, ਉਹ ਇੱਕ ਨੋਰਮਲ ਇਨਸਾਨ ਕਰ ਸਕਦਾ। ਨਹੀਂ, ਉਹ ਨੋਰਮਲ ਇਨਸਾਨ ਨਹੀਂ ਕਰ ਸਕਦਾ, ਉਹ ਕਿਸੇ ਨਾ ਕਿਸੇ ਬਿਮਾਰੀ ਦੇ ਇਨਫਲੂਐਂਸ 'ਚ ਹੀ ਕਰਦੇ ਰਹੇ ਹੈ, ਜਾਣਬੁੱਝ ਕੇ ਨਹੀਂ ਕਰਦੇ ਰਹੇ ਹੈ, ਉਹ ਉਹਨਾਂ ਦੇ ਵੱਸ 'ਚ ਹੀ ਨਹੀਂ ਸੀਗਾ ਉਹ ਬਿਹੇਵੀਅਰ ਕਰਨਾ, ਉਹ ਸਾਰਾ ਕੁਛ ਫੈਮਿਲੀ ਦੇ ਵਿੱਚ ਮਤਲਬ ਐਨਵਾਇਰਨਮੈਂਟ ਕ੍ਰੀਏਟ ਕਰਕੇ ਰੱਖਣਾ। ਜਦੋਂ ਇਹ ਚੀਜ਼ ਅੰਡਰਸਟੈਂਡ ਹੋ ਜਾਂਦੀ ਸਰ, ਫਿਰ ਰਿਸਪੈਕਟ ਆਪਣੇ ਆਪ ਆ ਜਾਂਦੀ ਹੈ। ਸੋ ਤੁਸੀਂ ਆਪਣਾ ਨਜ਼ਰੀਆ ਚੇਂਜ ਕਰ ਲਿਆ, ਤੁਸੀਂ ਆਪਣਾ ਪਰਸੈਪਸ਼ਨ ਹੀ ਚੇਂਜ ਕਰ ਲਿਆ ਆਪਣੇ ਹਸਬੈਂਡ ਬਾਰੇ। ਬਿਲਕੁਲ, ਕਿ ਜੋ ਅੱਜ ਤੱਕ ਤੁਹਾਡਾ ਪਰਸੈਪਸ਼ਨ ਸੀਗਾ ਕਿ 10-15 ਸਾਲ ਤੋਂ ਤੁਸੀਂ ਪਰਸੈਪਸ਼ਨ ਚੇਂਜ ਕਰ ਲਿਆ ਵੀ ਹੀ ਇਜ਼ ਅ ਗੁੱਡ ਹਿਊਮਨ ਬੀਇੰਗ ਸਫਰਿੰਗ ਫਰੋਮ ਅ ਕਰੂਅਲ ਡਿਜ਼ੀਜ਼। ਹਾਂਜੀ ਸਰ। ਐਂਡ ਵੀ ਹੈਵ ਟੂ ਅਟੈਕ ਦਾ ਡਿਜ਼ੀਜ਼, ਨਾਟ ਦਾ ਪਰਸਨ। ਐਂਡ ਅਸੀਂ ਕਿਸੇ ਵੀ ਤਰ੍ਹਾਂ ਆਪਣੇ ਪੇਸ਼ੈਂਟ ਦੀ ਰਿਸਪੈਕਟ ਰਿਗਾਰਡ ਨਹੀਂ ਘਟਾ ਸਕਦੇ ਬਿਕੋਜ਼ ਹੀ ਇਜ਼ ਅ ਵੈਰੀ ਇੰਪੋਰਟੈਂਟ ਪਰਸਨ। ਸ਼ੁਡ ਲਰਨ ਕਿ ਵੀ ਇਹ ਇੱਕ ਇਨਸਾਨ ਚੰਗਾ ਹੈ, ਪਰ ਉਹਦੇ ਜੀਨਸ ਅਤੇ ਉਹਦੇ ਸਰਕਮਸਟਾਂਸਿਸ ਕਰਕੇ ਉਹ ਅੱਜ ਦੇ ਦਿਨ 'ਚ ਪੇਸ਼ੈਂਟ ਬਣਿਆ। ਅਦਰਵਾਈਜ਼ ਹੀ ਇਜ਼ ਬੈਟਰ ਦੈਨ ਐਨੀ ਅਦਰ ਪਰਸਨ ਬਿਕੋਜ਼ ਤੁਹਾਨੂੰ ਕਦੀ ਨਾ ਕਦੀ ਤਾਂ ਉਹਦੇ ਵਾਸਤੇ ਲਾਈਕਿੰਗ ਹੁੰਦੀ ਹੈ ਨਾ, ਤੁਸੀਂ ਉਹਨੂੰ ਅਟਰੈਕਟ ਹੁੰਦੇ ਹੋ, ਲਾਈਕਿੰਗ ਹੁੰਦੀ ਹੈ। ਬਟ ਬਾਅਦ 'ਚੋਂ ਕਿਉਂਕਿ ਉਹਦੇ ਕੋਲੋਂ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਉਸ ਬਿਮਾਰੀ ਦੇ ਕਰਕੇ ਜਿਹੜੀਆਂ ਕਿ ਸਾਡੇ ਉਸ ਨਾਲ ਮੈਚ ਨਹੀਂ ਕਰਦੀਆਂ। ਅਸੀਂ ਸੋਚਦੇ ਉਹਨੇ ਸਾਡੀ ਡਿਸਰਿਸਪੈਕਟ ਕੀਤੀ, ਸਾਨੂੰ ਬਾਦਰ ਕੀਤਾ, ਤੰਗ ਕੀਤਾ, ਇਸ ਤਰ੍ਹਾਂ ਹੁੰਦਾ। ਇਸ ਤਰ੍ਹਾਂ ਹੀ ਹੁੰਦਾ ਸਰ। ਅੱਛਾ, ਇੱਕ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਜਿੰਨਾ ਉਹਨਾਂ ਨੇ ਆਪਣੇ ਆਪ ਦੇ ਕਰੈਕਟਰ ਡਿਫੈਕਟ 'ਤੇ ਕੰਮ ਕੀਤਾ, ਉਨਾ ਹੀ ਮੈਂ ਆਪਣੇ ਕਰੈਕਟਰ ਡਿਫੈਕਟ 'ਤੇ ਕੰਮ ਕੀਤਾ। ਇਹ ਗੱਲ ਕੁਛ ਥੋੜ੍ਹੀ ਜਿਹੀ ਸਾਡੇ ਵਾਸਤੇ ਸਮਝਣੀ ਔਖੀ ਹੈ
ਕਿ ਹੀ ਵਾਸ ਅ ਪੇਸ਼ੈਂਟ, ਹੀ ਹੈਡ ਸਰਟਨ ਕਰੈਕਟਰ ਡਿਫੈਕਟਸ, ਵਾਈ ਡਿਡ ਯੂ ਵਰਕ ਔਨ ਯੂਰ ਕਰੈਕਟਰ ਡਿਫੈਕਟਸ? ਸਰ ਮੈਨੂੰ ਲੱਗਦਾ ਹੈ ਅੱਜ ਮੈਂ ਵੇਖਾਂ ਨਾ ਤੇ ਮੇਰੇ 'ਚ ਜ਼ਿਆਦਾ ਕਰੈਕਟਰ ਡਿਫੈਕਟਸ ਹੈਗੇ ਸੀ। ਮਤਲਬ ਬਹੁਤ ਸਾਰੀਆਂ ਕਮਜ਼ੋਰੀਆਂ, ਬਹੁਤ ਸਾਰੀਆਂ ਕਮੀਆਂ ਸੀਗੀਆਂ ਜਿਹੜੀਆਂ ਕਿ ਮੈਨੂੰ ਕਿਤੇ ਨਾ ਕਿਤੇ ਮੇਰੇ ਘਰ 'ਚ ਬਿਮਾਰੀ ਲੈ ਕੇ ਆਈ ਆ। ਮੈਂ ਇਸ ਚੀਜ਼ ਨੂੰ ਨਾ ਐਕਸੈਪਟ ਕਰਨ 'ਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੀ। ਥੋੜਾ ਜਿਹਾ ਉਹਨੂੰ ਐਕਸਪਲੇਨ ਕਰੋਗੇ ਡਿਟੇਲ, ਸ਼ਾਇਦ ਸਾਨੂੰ ਵੀ ਕੁਝ ਆਪਣੀਆਂ ਕਮੀਆਂ ਦਿਸ ਜਾਣ। ਸਰ ਕਮੀਆਂ ਇਸ ਤਰ੍ਹਾਂ ਹੀ ਕਿ ਇੱਕ ਤੇ ਮਤਲਬ ਮੈਂ ਇਹੋ ਜਿਹੀ ਵਾਈਫ ਰਹੀ ਕਿ ਜਿਹਨੂੰ ਆਪਣੇ ਹਸਬੈਂਡ ਦੇ ਬਾਰੇ ਸੁਣਨਾ ਪਸੰਦ ਨਹੀਂ ਸੀ ਕੁਝ ਵੀ। ਕੋਈ ਕੁਝ ਕਹਿ ਦਿੰਦਾ ਸੀਗਾ ਤੇ ਮੈਂ ਉਹਦੇ ਮਤਲਬ ਦਿਵਾਲੀ ਹੋ ਜਾਂਦੀ ਸੀ ਕਿ ਲੈ ਇਹਨੇ ਕਹਿ ਕਿਉਂ ਦਿੱਤਾ, ਇਹਨੇ ਰਜੇਸ਼ 'ਚ ਤੇ ਕਦੀ ਹੋ ਹੀ ਨਹੀਂ ਸਕਦਾ ਵੀ ਇਹ ਕਮੀ ਹੋਏ ਕੋਈ। ਰਜੇਸ਼ ਤਾਂ ਪਰਫੈਕਟ ਇਨਸਾਨ ਹੈਗੇ ਨੇ, ਪਰਫੈਕਟ ਮੈਨ ਹੈਗੇ ਆ। ਉਹ ਜਿਹੜਾ ਪਰਫੈਕਟ ਇਨਸਾਨ, ਪਰਫੈਕਟ ਮੈਨ ਬਣਾਉਣ ਵਾਲਾ ਮਤਲਬ ਉਹਨਾਂ ਨੂੰ ਮੈਂ ਜਿਹੜਾ ਸਟੇਟਸ ਦਿੱਤਾ ਸੀ ਨਾ, ਉਹੀ ਸਟੇਟਸ ਸ਼ਾਇਦ ਮਤਲਬ ਉਹਨਾਂ ਨੂੰ ਕਿਤੇ ਨਾ ਕਿਤੇ ਬਿਮਾਰੀ ਵੱਲ ਲੈ ਗਿਆ। ਕਿਉਂਕਿ ਮੈਂ ਸੁਣਦੀ ਨਹੀਂ ਸੀ। ਮੈਨੂੰ ਜੇ ਕੋਈ ਮੇਰੇ ਕੋਈ ਕਹਿੰਦਾ ਸੀਗਾ ਕਿ ਆ ਰਜੇਸ਼ 'ਚ ਇਹ ਕਮੀ ਹੈਗੀ ਹੈ, ਤੂੰ ਇਹਨੂੰ ਸਮਝਾਇਆ ਕਰ, ਨਹੀਂ ਨਹੀਂ ਇਹ ਹੋ ਹੀ ਨਹੀਂ ਸਕਦਾ, ਤੁਸੀਂ ਗਲਤ ਹੈਗੇ ਹੋ। ਇੱਕ ਵਾਈਫ ਇਹ ਬਹੁਤ ਜ਼ਿਆਦਾ ਕਰਦੀ ਹੈ। ਮੈਂ ਐਕਸੈਪਟ ਕਰਦੀ ਹਾਂ ਕਿ ਮੈਂ ਇਹ ਕੀਤਾ ਹੈ, ਇਸ ਕਰਕੇ ਉਹਨਾਂ ਬਿਮਾਰੀ ਦੇ ਵਿੱਚ ਵਾਧਾ ਹੋਇਆ। ਦੂਸਰਾ ਸਰ ਕਿਤੇ ਨਾ ਮਤਲਬ ਫਿਰ ਇਹਦੇ ਨਾਲ ਹੀ ਲਿੰਕ ਹੋ ਜਾਂਦੀ ਹੈ ਗੱਲ ਕਿ ਜਿਸ ਤਰ੍ਹਾਂ ਫੈਮਿਲੀ 'ਚ ਇਸ ਤਰ੍ਹਾਂ ਹੀ ਸੁਸਾਇਟੀ 'ਚ ਅਸੀਂ ਸੇਮ ਪ੍ਰੋਫੈਸ਼ਨ 'ਚ ਹੈਗੇ ਹਾਂ ਅਤੇ ਕਿਸੇ ਵੇਲੇ ਸੇਮ ਪ੍ਰੋਫੈਸ਼ਨ 'ਚ ਵੀ ਕੋਈ ਮਤਲਬ ਜਦੋਂ ਸਾਡੇ ਘਰ ਬਿਮਾਰੀ ਆਈ ਅਤੇ ਮੈਨੂੰ 2-3 ਜਣਿਆਂ ਨੇ ਦੱਸਿਆ ਵੀ ਕਿ ਰਜੇਸ਼ ਦੇ ਬਿਹੇਵੀਅਰ 'ਚ ਚੇਂਜ ਆਏ ਹੈ, ਬਟ ਮੈਂ ਐਕਸੈਪਟ ਨਹੀਂ ਕੀਤਾ ਉਹ ਚੀਜ਼। ਮੈਂ ਕਿਹਾ ਨਹੀਂ ਇਹ ਹੋ ਹੀ ਨਹੀਂ ਸਕਦਾ, ਤੁਸੀਂ ਗਲਤ ਹੈਗੇ ਹੋ। ਆਪਾਂ ਨਾ ਐਕਸੈਪਟ ਨਹੀਂ ਕਰਦੇ ਜਦੋਂ ਆਪਾਂ ਨੂੰ ਕੋਈ ਥਰਡ ਪਰਸਨ ਦੱਸਦਾ ਨਾ ਵੀ ਆਪਾਂ ਨਹੀਂ ਐਕਸੈਪਟ ਕਰਦੇ। ਜਿਸ ਤਰ੍ਹਾਂ ਮੇਰਾ ਬੇਟਾ ਹੈ, ਮੈਂ ਹੁਣ ਉਹ ਟਿਊਸ਼ਨ ਜਾਂਦਾ ਹੈ, 2-3 ਦਿਨ ਪਹਿਲੇ ਉਹਦੀ ਕੰਪਲੇਂਟ ਆਈ। ਅਗਰ ਮੈਂ ਪਹਿਲੇ ਵਾਲੀ ਹੁੰਦੀ ਨਾ ਮੈਂ ਐਕਸੈਪਟ ਨਹੀਂ ਕਰਨਾ ਸੀਗਾ। ਮੈਂ ਕਹਿਣਾ ਸੀ ਨਹੀਂ ਮੈਡਮ ਐਵੇਂ ਹੀ ਕਹਿੰਦੀ ਵੀ ਉਹ ਤਾਂ ਪੜ੍ਹਦਾ ਤੇ ਪਿਆ ਸਾਰਾ ਦਿਨ ਤਾਂ ਪੜ੍ਹਦਾ ਰਹਿੰਦਾ, ਉਹ ਇਹ ਹੈ ਉਹ। ਬਟ ਮੈਂ ਉਸ ਚੀਜ਼ ਨੂੰ ਐਕਸੈਪਟ ਕੀਤਾ ਕਿ ਨਹੀਂ, ਅਗਰ ਉਹਦੀ ਟੀਚਰ ਨੇ ਕਿਹਾ ਹੈ ਤਾਂ ਇਟ ਮੀਨਸ ਕਿਤੇ ਨਾ ਕਿਤੇ ਲੈਕਨੈਸ ਹੈਗੀ ਹੈ ਕਿਸੇ ਚੀਜ਼ ਦੀ, ਜਿਹੜੀ ਮੈਨੂੰ ਦੂਰ ਕਰਨੀ ਪਏਗੀ। ਅਸੀਂ ਨਾ ਆਪਣੀ ਇੱਕ ਨਾ ਮਤਲਬ ਸਟੇਟਸ ਨੂੰ ਬੜਾ ਉੱਪਰ ਰੱਖਦੇ ਹਾਂ ਕਿ ਸਾਡਾ ਸਟੇਟਸ ਹੈ ਫਿਰ ਰਿਸ਼ਤੇਦਾਰੀ 'ਚ, ਸੁਸਾਇਟੀ 'ਚ, ਅਤੇ ਜੇ ਕੋਈ ਕੁਝ ਕਹਿ ਦੇਗਾ ਤਾਂ ਕਹਿ ਕਿਵੇਂ ਗਿਆ। ਸ਼ੁਰੂ 'ਚ ਨਹੀਂ ਲੱਗਦਾ ਸੀ, ਸ਼ੁਰੂ 'ਚ ਕਿਉਂਕਿ ਇਹ ਬਿਮਾਰੀ ਨਾ ਜਦੋਂ ਆਉਂਦੀ ਹੈ ਨਾ ਉਦੋਂ ਬਿਲਕੁਲ ਮਤਲਬ ਤੁਹਾਨੂੰ ਲੱਗਦਾ ਕਿ ਇਹ ਨੋਰਮਲ ਚੀਜ਼ ਹੈਗੀ। ਹਾਂ ਨੋਰਮਲ ਹੈ, ਇੰਨਾ ਕੁ ਬਿਹੇਵੀਅਰ 'ਚ ਚੇਂਜਿਸ ਨੋਰਮਲ ਨੇ, ਕੋਈ ਗੱਲ ਨਹੀਂ, ਇੰਨੇ ਕੁ ਨੋਰਮਲ ਬਿਹੇਵੀਅਰ ਹਰ ਘਰ 'ਚ ਹੁੰਦੇ। ਪਰ ਸਾਡੀਆਂ ਮੈਨੂੰ ਲੱਗਦਾ ਅੱਖਾਂ ਉਦੋਂ ਖੁੱਲ੍ਹਦੀਆਂ ਜਦੋਂ ਉਹੀ ਬਿਹੇਵੀਅਰ ਜਿਹੜੇ ਹੈ ਨਾ ਬਹੁਤ ਰਿਊਡ ਹੋ ਜਾਂਦੇ ਹੈ, ਬਹੁਤ ਜ਼ਿਆਦਾ ਜਦੋਂ ਮਤਲਬ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਅਸੀਂ ਐਕਸਪੈਕਟ ਨਹੀਂ ਕੀਤਾ ਹੁੰਦਾ ਕਿ ਆਪਸ 'ਚ ਇਸ ਤਰ੍ਹਾਂ ਦੇ ਰਿਲੇਸ਼ਨ ਡਿਵੈਲਪ ਹੋ ਜਾਣਗੇ। ਫਿਰ ਆਈ ਥਿੰਕ ਉਦੋਂ ਅੱਖਾਂ ਖੁੱਲ੍ਹਦੀਆਂ ਨੇ ਸਰ। ਮਤਲਬ ਜਦੋਂ ਸਾਡਾ ਪੇਸ਼ੈਂਟ ਹੈ ਡਰੱਗਸ ਲੈ ਲੈਂਦਾ, ਉਹ ਅਨਕਾਈਂਡ ਹੋ ਜਾਂਦਾ, ਉਹ ਅੰਡਰ ਕੌਨਫੀਡੈਂਟ ਹੋ ਜਾਂਦਾ, ਉਹ ਰਿਲੈਕਸ ਹੋਣ ਦੀ ਬਜਾਏ ਟੈਂਸ ਹੋ ਜਾਂਦਾ, ਬੇਚੈਨੀ ਚਲੇ ਜਾਂਦਾ। ਸਾਨੂੰ ਲੱਗਦਾ ਹੈ ਵੀ ਹੁਣ ਇਹਨੇ ਡਰਿੰਕਸ ਲਈ ਆ, ਹੁਣ ਤੇ ਇਹਨੂੰ ਰਿਲੈਕਸ ਹੋ ਜਾਣਾ ਚਾਹੀਦਾ, ਹੁਣ ਤੇ ਕੰਫਰਟੇਬਲ ਚੱਲ ਜਾਣਾ ਚਾਹੀਦਾ। ਉਸ ਤੋਂ ਆਪੋਜ਼ਿਟ ਹੋ ਕੇ ਪੇਸ਼ੈਂਟ ਅਟੈਕਿੰਗ, ਵਲਗਰ, ਡਿਫਾਇੰਟ, ਵਰਬਲੀ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਕਿ ਜਿਹੜੀਆਂ ਡਿਸਇਨਹਿਬਿਟਡ ਟਾਕਸ ਹੈ ਉਹ ਕਰਨੀਆਂ, ਜਾਂ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦਾ ਬਿਹੇਵ ਕਰਨਾ ਜਿਹਦੇ ਨਾਲ ਤੁਸੀਂ ਇਨਸਲਟਡ ਫੀਲ ਕਰਦੇ ਹੋ। ਸੋ ਐਜ਼ ਏ ਵਾਈਫ ਯੂ ਫੀਲ ਇਨਸਲਟਡ। ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੀ ਪੇਨ ਜਿਹੜੀ ਹੈ ਨਾ ਉਹ ਫਿਰ ਤੁਹਾਨੂੰ ਰਿਅਲਾਈਜ਼ ਕਰਾਉਂਦੀ ਹੈ ਕਿ ਦੇਰ ਇਜ਼ ਸਮਥਿੰਗ ਰੋਂਗ। ਡਿਫੈਂਸਿਵ ਹੋਣਾ ਮਤਲਬ ਹਰ ਕੋਈ ਇਨਸਾਨ ਹੈ। ਜਦੋਂ ਅਸੀਂ ਪੋਜ਼ੈਸਿਵ ਹੁੰਦੇ ਹਾਂ, ਕਿਸੇ ਨੂੰ ਪਿਆਰ ਕਰਦੇ ਹਾਂ, ਸਾਡਾ ਦਿਲ ਨਹੀਂ ਕਰਦਾ ਕਿ ਉਹਦੇ ਬਾਰੇ ਕੋਈ ਨੈਗੇਟਿਵ ਗੱਲ ਕਰੇ ਜਾਂ ਉਹਦੇ ਬਾਰੇ ਕੋਈ ਮਾੜੀ ਗੱਲ ਕਰੇ। ਸੋ ਵੀ ਆਰ ਆਲ ਪ੍ਰੋਟੈਕਟਿਵ। ਬਟ ਆਪਣੇ ਲਵਡ ਵਨ ਬਾਰੇ, ਆਪਣੀ ਫੈਮਿਲੀ ਬਾਰੇ ਕੋਈ ਗੱਲ ਕਰੇ ਤਾਂ ਸਾਨੂੰ ਹਮੇਸ਼ਾ ਇੱਕ ਆਉਂਦੀ ਹੈ ਰਿਬੈਲੀਅਸ ਬਿਹੇਵੀਅਰ ਆਉਂਦਾ। ਅੱਛਾ, ਇੱਕ ਤੁਸੀਂ ਗੱਲ ਜਿਹੜੀ ਕੀਤੀ ਸੀ, ਬੜੀ ਇੰਪੋਰਟੈਂਟ ਗੱਲ ਕੀਤੀ ਸੀ ਕਿ ਇੱਕ ਟਾਈਮ 'ਤੇ ਤੁਹਾਨੂੰ ਇਹ ਡਿਸੀਜ਼ਨ ਲੈਣਾ ਪਿਆ ਕਿ ਸਾਰੇ ਰਿਸ਼ਤੇਦਾਰ ਬਾਅਦ 'ਚ, ਮੇਰਾ ਹਸਬੈਂਡ ਨੰਬਰ 1 'ਤੇ। ਇਹ ਕੀ ਸੀਗਾ? ਵਟ ਵਾਜ਼ ਦੈਟ ਪ੍ਰੋਬਲਮ? ਕਿਉਂਕਿ ਇਹ ਵੀ ਮੈਂ ਦੇਖਿਆ ਬਹੁਤ ਜ਼ਿਆਦਾ ਸਾਡੇ ਪੇਸ਼ੈਂਟਸ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਅਸੀਂ ਕਿਸੇ ਇੱਕ ਪ੍ਰੋਸੈਸ ਆਫ ਰਿਕਵਰੀ 'ਚ ਲੱਗੇ ਹੁੰਦੇ ਹਾਂ ਅਤੇ ਕਈ ਵਾਰੀ ਰਿਲੇਟਿਵਸ ਜਾਂ ਕੋਈ ਦੂਰ ਦੇ ਰਿਲੇਟਿਵਸ ਆ ਕੇ ਤੇ ਉਹਨੂੰ ਸੈਬੋਟਾਜ ਕਰ ਦਿੰਦੇ ਆ। ਸਰ ਇਸ ਟ੍ਰੀਟਮੈਂਟ ਲਈ ਨਾ ਬਿਲਕੁਲ ਕਿਸੇ ਦੀ ਇੰਟਰਫੇਰੈਂਸ ਦੀ ਤੋਂ ਬਿਨਾਂ ਇਹ ਟ੍ਰੀਟਮੈਂਟ ਹੋ ਸਕਦਾ ਹੈ। ਇੰਟਰਫੇਰੈਂਸ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਇੱਥੇ ਕਿਹਾ ਵੀ ਜਾਂਦਾ ਹੈ ਕਿ ਆਪਣੀ ਟੀਮ 'ਚ ਉਹ ਬੰਦੇ ਸ਼ਾਮਿਲ ਕਰੋ ਫੈਮਿਲੀ ਦੀ ਜਿਹੜੇ ਤੁਹਾਨੂੰ ਸਪੋਰਟ ਕਰਦੇ ਹੋਣ।
ਜਿਹੜੇ ਇਸ ਪ੍ਰੋਗਰਾਮ ਨੂੰ ਸਮਝ ਸਕਣ, ਇਸ ਟ੍ਰੀਟਮੈਂਟ ਨੂੰ ਸਮਝ ਸਕਣ। ਜਿਹੜਾ ਕੋਈ ਨਹੀਂ ਸਮਝ ਸਕਦਾ ਜਾਂ ਜਿਹਦੀ ਕੈਪੈਸਿਟੀ, ਮੈਂ ਨਹੀਂ ਕਹੂੰਗੀ ਸਮਝ ਨਹੀਂ ਸਕਦਾ, ਸਮਝ ਸਕਦੇ ਅਗਰ ਉਹ ਇੱਥੇ ਕੁਰਸੀਆਂ 'ਤੇ ਆ ਕੇ ਬੈਠਣ, ਬਟ ਜਿਹਦੀ ਕੈਪੈਸਿਟੀ ਨਹੀਂ ਹੈ ਉਹਨੂੰ ਇਸ ਟ੍ਰੀਟਮੈਂਟ ਤੋਂ ਬਾਹਰ, ਮਤਲਬ ਇਸ ਪ੍ਰੋਗਰਾਮ ਤੋਂ ਥੋੜ੍ਹੀ ਦੇਰ ਲਈ ਬਾਹਰ ਰੱਖਣਾ ਜ਼ਰੂਰੀ ਹੈ। ਮੈਂ ਜਦੋਂ ਇਹ ਟ੍ਰੀਟਮੈਂਟ ਸ਼ੁਰੂ ਕੀਤਾ ਸੀ ਤੇ ਮੇਰੇ ਮਦਰ ਇਨ ਲਾ ਮਤਲਬ ਸਾਡੇ ਹੋਮ ਟਾਊਨ ਰਹਿੰਦੇ ਸੀਗੇ। ਮੈਂ ਪਹਿਲਾ ਡਿਸੀਜ਼ਨ ਟਫ ਇਹ ਲਿਆ ਸੀਗਾ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ, ਕਿਉਂਕਿ ਮੈਂ ਇਹਨਾਂ ਦਾ ਇਲਾਜ ਕਰਾਉਣਾ ਹੈ ਅਤੇ ਤੁਹਾਡੀ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ ਤੁਸੀਂ ਮੇਰਾ ਸਾਥ ਦੇ ਸਕੋ। ਸੋ ਮੈਨੂੰ ਲੱਗਦਾ ਕਿ ਇਹ ਮੇਰਾ ਪਹਿਲਾ ਡਿਸੀਜ਼ਨ ਜਿਹੜਾ ਬਹੁਤ ਅੱਛਾ ਡਿਸੀਜ਼ਨ ਰਿਹਾ। ਮੈਂ 1.5 ਸਾਲ ਮਤਲਬ ਉਹ ਸਾਡੇ ਤੋਂ ਦੂਰ ਰਹੇ ਔਰ ਉਸ ਦੌਰਾਨ ਰਜੇਸ਼ ਨੂੰ ਇਸ ਪ੍ਰੋਸੈਸ 'ਚ ਆਉਣ 'ਚ ਬਹੁਤ ਹੀ ਫਾਇਦਾ ਹੋਇਆ, ਕਿਉਂਕਿ ਉਹ ਕਮਜ਼ੋਰ ਸੀਗੇ, ਮਦਰ ਹੈ, ਏਜਡ ਨੇ, ਉਹ ਇਸ ਤਕਲੀਫ 'ਚ ਜਿਸ ਤਰ੍ਹਾਂ ਮਤਲਬ ਤਕਲੀਫ ਆਉਂਦੀ ਹੈ, ਵਿਡਰੋਲਸ ਆਉਂਦੇ ਹੈ, ਕਈ ਤਰ੍ਹਾਂ ਦੀ ਚੀਜ਼ਾਂ ਪੇਸ਼ੈਂਟ ਨੂੰ ਫੇਸ ਕਰਨੀਆਂ ਪੈਂਦੀਆਂ, ਉਹ ਚੀਜ਼ ਉਹ ਫੇਸ ਨਹੀਂ ਕਰ ਸਕਦੇ ਸੀਗੇ, ਇਸ ਕਰਕੇ ਉਹਨਾਂ ਨੂੰ ਦੂਰ ਹੀ ਰਹਿਣਾ ਪੈਣਾ ਸੀ। 1 ਸਾਲ ਦੇ ਦੌਰਾਨ ਜਿੰਨੀ ਵੀ ਸ਼ਾਦੀ, ਕੋਈ ਕੁਛ ਵੀ, ਮੈਂ ਕਿਤੇ ਵੀ ਸਰ ਨਹੀਂ ਗਈ, ਮਤਲਬ ਮੈਂ ਪ੍ਰਾਇੋਰਟੀ ਇਸ ਟ੍ਰੀਟਮੈਂਟ ਨੂੰ ਹੀ ਦਿੱਤੀ ਕਿ ਇਹ ਅਗਰ 1 ਸਾਲ ਕਮ ਸੇ ਕਮ, ਮੈਂ ਨਾ ਸਰ ਸੋਚਦੀ ਹੁੰਦੀ ਸੀ ਕਿ ਮੈਂ 1 ਸਾਲ ਤੇ ਦਿਆਂ ਇਸ ਪ੍ਰੋਗਰਾਮ ਨੂੰ, ਤਾਂ ਕਿ ਮੈਨੂੰ ਪਤਾ ਲੱਗੇ ਕਿ ਆਊਟਪੁੱਟ ਕੀ ਨਿਕਲਦੀ ਹੈ। ਜੇ ਮੈਂ ਟਾਈਮ ਦੇਵਾਂਗੀ ਨਹੀਂ ਤਾਂ ਮੈਨੂੰ ਪਤਾ ਵੀ ਕੀ ਲੱਗੇਗਾ ਕਿ ਟ੍ਰੀਟਮੈਂਟ ਕੀ ਮਿਲਿਆ ਮੈਨੂੰ। ਸੋ 1 ਸਾਲ ਤੱਕ ਸਰ ਮੈਂ ਬਿਲਕੁਲ ਕਿਸੇ ਮਤਲਬ ਬਿਲਕੁਲ ਵੀ ਧਿਆਨ ਨਹੀਂ ਕੀਤਾ, ਸਿਰਫ ਮੈਂ, ਮੇਰੇ ਬੱਚੇ, ਮੇਰੇ ਹਸਬੈਂਡ ਤੇ ਪ੍ਰੋਗਰਾਮ। 1 ਸਾਲ ਤੋਂ ਬਾਅਦ ਹੌਲੀ ਹੌਲੀ ਜਦੋਂ ਰਜੇਸ਼ ਦੇ ਵਿੱਚ ਰਿਕਵਰੀ ਆਉਣੀ ਸ਼ੁਰੂ ਹੋਈ, ਫਿਰ ਥੋੜ੍ਹਾ ਕਰਕੇ ਇਨਵੋਲਵ ਹੋਣਾ ਸ਼ੁਰੂ ਹੋਇਆ। ਅੱਜ ਵੀ ਅਸੀਂ ਚੂਜ਼ੀ ਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਅੱਜ ਵੀ ਇਹ ਚੋਇਸ ਮੇਕ ਕਰਨੀ ਪੈਂਦੀ ਹੈ। ਇਹ ਨਹੀਂ ਕਿ ਜਿੱਥੇ ਵੀ ਕਿਸੇ ਨੇ ਇਨਵਾਈਟ ਕੀਤਾ ਉੱਥੇ ਹੀ ਚਲੇ ਗਏ, ਜੇ ਇੱਥੋਂ ਫੋਨ ਆ ਗਿਆ ਤਾਂ ਇੱਧਰ ਚਲੇ ਗਏ। ਜਾਂ ਹੁਣ ਤਾਂ ਰਜੇਸ਼ ਖੁਦ ਰਿਕਵਰੀ 'ਚ ਚੱਲ ਰਿਹਾ ਹੈ, ਉਹ ਖੁਦ ਡਿਸਾਈਡ ਕਰ ਲੈਂਦੇ ਹੈ, ਮੈਂ ਤਾਂ ਸਪੋਰਟ ਹੀ ਕਰਦੀ ਹਾਂ ਉਹਨਾਂ ਨੂੰ। ਇਹਨਾਂ ਦੀ ਜਿਹੜੀ ਸਭ ਤੋਂ ਪਹਿਲਾਂ ਡੈਡੀਕੇਟਿਡ ਅਪਰੋਚ ਮੈਂ ਲੱਗੀ ਕਿ ਜਿਸ ਦਿਨ ਇਹ ਮੇਰੇ ਕੋਲ ਪਹੁੰਚੇ ਉਸ ਤੋਂ ਪਹਿਲਾਂ 1 ਦਿਨ 2 ਦਿਨ ਪਹਿਲਾਂ ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ ਇਹਨਾਂ ਦੀ ਮਿਰੇਕਲਸ escape ਹੋਈ ਸੀ। ਉਸ ਤੋਂ ਬਾਅਦ ਇਹਨਾਂ ਨੇ ਉਹ ਟਾਈਮ ਵੇਸਟ ਨਹੀਂ ਕੀਤਾ ਐਂਡ ਇਮੀਡੀਏਟਲੀ both husband and wife came to me and ਉਸ ਦਿਨ ਤੋਂ ਲੈ ਕੇ 4 ਸਾਲ ਦੀ ਗੱਲ ਹੈ, ਠੀਕ ਹੈ, 4 ਸਾਲ ਤੋਂ ਲੈ ਕੇ ਅੱਜ ਤੱਕ ਵੀ ਇਹਨਾਂ ਨੇ ਕਿਸੇ ਵੀ ਚੀਜ਼ ਦੇ ਉੱਪਰ ਕੰਡੀਸ਼ਨਸ ਨਹੀਂ ਲਾਈ, ਕਿਸੇ ਵੀ ਚੀਜ਼। ਜੇ ਇਹਨਾਂ ਨੂੰ ਮੈਂ ਕਿਹਾ ਛੁੱਟੀ 3 ਮਹੀਨੇ ਦੀ, ਦੋਨਾਂ ਨੇ ਲੈ ਕੇ ਬੈਠ ਕੇ। ਜੇ ਮੈਂ ਇਹਨਾਂ ਨੂੰ ਕਿਹਾ 1 ਸਾਲ ਵਾਸਤੇ ਕੋਈ ਕੰਮ ਨਹੀਂ ਕਰਨਾ, ਨੰਬਰ 1 ਪ੍ਰਾਇੋਰਟੀ ਹੈ 1 ਸਾਲ ਇਹ ਨਹੀਂ ਕਰਨਾ। ਇਹਨਾਂ ਨੇ, ਜੇ ਮੈਂ ਇਹਨਾਂ ਨੂੰ ਕਿਹਾ ਕਿ ਆਸ-ਪਾਸ ਰਜੇਸ਼ ਦੇ ਉਹੀ ਇਨਸਾਨ ਰਹਿਣੇ ਚਾਹੀਦੇ ਆ ਜਿਹੜੇ ਕਿ ਹਾਰਡ ਵਰਕ ਪ੍ਰੋਗਰਾਮ ਕਰ ਰਹੇ ਹੈ, ਇਹ ਨਾ ਹੋਏ ਕਿ ਬਾਹਰੋਂ ਆ ਕੇ ਕੋਈ ਵੀ ਮੈਂਬਰ ਸਾਡੇ ਪ੍ਰੋਗਰਾਮ ਨੂੰ ਸੈਬੋਟਾਜ ਕਰਦੇ, ਤਾਂ ਕਿ ਤੁਹਾਡੇ 4 ਬੰਦਿਆਂ ਦੀ ਜਿਹੜੀ ਕੀਤੀ ਹੈ। ਐਂਡ ਹੈਰਾਨੀ ਹੋਏਗੀ ਕਿ 2 ਬੱਚੇ ਇਹਨਾਂ ਦੇ ਉਹ ਮਤਲਬ ਐਜ਼ ਇੰਪੋਰਟੈਂਟ ਪਾਰਟ ਆਫ ਦਾ ਪ੍ਰੋਗਰਾਮ ਹੈ ਜਿੰਨੇ ਕਿ ਇਹ ਪ੍ਰੋਗਰਾਮ ਹੈ। ਬੱਚੇ ਸ਼ੁਰੂ ਤੋਂ ਹੀ, ਪਹਿਲੇ ਦਿਨ ਤੋਂ ਹੀ ਬੱਚੇ ਉਸ ਰੂਮ 'ਚ ਹੀ ਰਹੇ ਜਿੱਥੇ ਕਿ ਇਹਨਾਂ ਦਾ ਟ੍ਰੀਟਮੈਂਟ ਚੱਲਿਆ ਸੀ। ਇੱਥੇ ਵੀ, ਹਸਪੀਟਲ 'ਚ ਵੀ, ਜਿੱਥੇ ਜਿੱਥੇ ਇਹਨਾਂ ਦਾ ਟ੍ਰੀਟਮੈਂਟ ਚੱਲਿਆ, ਬੱਚੇ ਹਮੇਸ਼ਾ ਉਸ ਰੂਮ ਦੇ ਵਿੱਚ ਹੀ ਰਹੇ। ਜਿੰਨੇ ਟ੍ਰੀਟਮੈਂਟਸ ਸ਼ੇਅਰਿੰਗ ਹੋਈਆਂ, ਜਿੰਨਾ ਸਭ ਕੁਝ ਹੋਇਆ ਨਾ, ਅਸੀਂ ਬੱਚੇ ਕਦੀ ਵੀ ਐਕਸਕਲੂਡ ਨਹੀਂ ਕੀਤੇ। ਚਿਲਡਰਨ ਵਰ ਆਲਵੇਜ਼ ਦੇਅਰ। ਹਾਂਜੀ ਸਰ, ਬੱਚਿਆਂ ਤੋਂ ਮੈਂ ਪਹਿਲੇ ਦਿਨ ਤੋਂ ਹੀ ਨਹੀਂ ਛੁਪਾਇਆ ਸੀ ਕੁਝ ਵੀ। ਉਦੋਂ ਬੇਟੀ ਵੀ ਛੋਟੀ ਸੀਗੀ, ਬੇਟਾ ਤਾਂ ਬਹੁਤ ਛੋਟਾ ਸੀਗਾ, ਪਰ ਮੈਂ ਦੱਸਿਆ ਕਿ ਪਾਪਾ ਤੁਹਾਡੇ ਨੂੰ ਇਹ ਡਿਸੀਜ਼ ਹੈਗੀ ਹੈ ਅਤੇ ਆਪਾਂ ਨੂੰ ਸਪੋਰਟ ਕਰਨਾ ਪਏਗਾ ਪਾਪਾ ਨੂੰ। ਤੇ ਬੱਚਿਆਂ ਦਾ ਕੀ ਰਿਐਕਸ਼ਨ ਸੀਗਾ? ਬੱਚਿਆਂ ਦਾ ਰਿਐਕਸ਼ਨ ਪੋਜ਼ਿਟਿਵ ਸੀ ਸਰ, ਠੀਕ ਹੈ, ਪਾਪਾ ਨੂੰ ਡਿਸੀਜ਼ ਹੈ, ਅਸੀਂ ਮੰਮਾ ਤੁਹਾਡੇ ਨਾਲ ਹੈਗੇ ਹਾਂ, ਜਿਸ ਤਰ੍ਹਾਂ ਤੁਸੀਂ। ਬੱਚੇ ਹਮੇਸ਼ਾ ਸਪੋਰਟ ਕਰਦੇ? ਬਿਲਕੁਲ ਸਰ, ਅੱਜ ਵੀ ਸਪੋਰਟ ਕਰ ਰਹੇ ਹੈ। ਉਹਨਾਂ ਨੂੰ ਪੂਰੀ ਅਵੇਅਰਨੈਸ ਹੈ ਆਪਣੇ ਪਾਪਾ ਦੇ। ਹੁਣ ਤਾਂ ਉਹਨਾਂ ਨੂੰ ਬਿਹੇਵੀਅਰਸ, ਪਾਪਾ ਦੇ ਬਿਹੇਵੀਅਰ ਉੱਪਰ ਥੱਲੇ ਹੋ ਜਾਣ, ਬੇਟਾ ਝੱਟ ਪਹਿਚਾਣ ਲੈਂਦਾ ਕਿ ਕੁਝ ਪ੍ਰੋਬਲਮ ਚੱਲ ਰਹੀ ਹੈ ਪਾਪਾ ਨਾਲ। ਅੱਛਾ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਲੁਕਾ ਕੇ ਟ੍ਰੀਟਮੈਂਟ ਕਰਦੇ ਹਾਂ, ਹੁਣ ਤੁਹਾਨੂੰ ਇਹ ਗੱਲ ਲੱਗਦੀ ਹੈ ਕਿ ਸਾਡੀ ਸਾਰੀ ਦੀ ਸਾਰੀ ਲੋ ਸੈਲਫ ਐਸਟੀਮ ਹੁੰਦੀ ਹੈ? ਐਂਡ ਸਾਡੇ ਪੇਸ਼ੈਂਟ ਦੇ ਵਿੱਚ ਵੀ ਬਿਮਾਰੀ ਇਸ ਕਰਕੇ ਆਈ ਹੈ, ਡਿਜ਼ੀਜ਼ ਇਸ ਕਰਕੇ ਆਈ ਹੈ ਕਿਉਂਕਿ ਉਹਦੀ ਲੋ ਸੈਲਫ ਰਿਸਪੈਕਟ ਹੈ, ਲੋ ਸੈਲਫ ਇਮੇਜ ਹੈ, ਉਹਨੂੰ ਆਪਣੀ ਪਰਸੈਪਸ਼ਨ ਨਹੀਂ ਠੀਕ, ਉਹਦਾ ਆਪਣੇ ਆਪ ਨੂੰ ਦੇਖਣ ਦਾ ਨਜ਼ਰੀਆ ਨਹੀਂ ਠੀਕ, ਉਹਨੂੰ ਆਪਣੇ ਆਪ ਦੀ ਲੁਕਸ ਨਹੀਂ ਅੱਛੀਆਂ ਲੱਗਦੀਆਂ, ਉਹਨੂੰ ਆਪਣੇ ਆਪ ਦੇ ਵਿੱਚ ਕੁਝ ਵੀ ਪਸੰਦ ਨਹੀਂ ਹੈ। ਹੀ ਡਜ਼ਨਟ ਰਿਸਪੈਕਟ ਹਿਮਸੈਲਫ। ਬਿਲਕੁਲ ਸਰ, ਕਿਤੇ ਨਾ ਕਿਤੇ ਅਸੀਂ ਵੀ ਇਸ ਤਰ੍ਹਾਂ ਸਾਰੇ ਸਰ ਸੇਮ ਹੀ ਹੈ, ਦੋਨਾਂ 'ਚ ਫੈਮਿਲੀ 'ਚ ਵੀ ਸੇਮ ਹੀ ਹੈ। ਬਿਲਕੁਲ। ਸੋ ਬੜੇ ਮਤਲਬ ਕੌੜੇ ਡਿਸੀਜ਼ਨ ਲੈਣੇ ਪੈਂਦੇ ਹੈ। ਇਟ ਇਜ਼ ਵੈਰੀ ਡਿਫੀਕਲਟ ਟੂ ਟੈਲ ਮਦਰ ਲਾ ਕੇ ਤੁਸੀਂ ਬੈਠੋ ਇੱਥੇ, ਅਸੀਂ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ।
ਪਹਿਲਾਂ ਮੈਨੂੰ ਆਪਣੇ ਹਸਬੰਡ ਨੂੰ ਪਹੁੰਚਾ ਲੈਂਦੇ ਹੋ, ਫਿਰ ਅਸੀਂ ਤੁਹਾਨੂੰ ਬੁਲਾ ਲਾਂਗੇ। ਐਂਡ ਪਿਛਲੇ ਹੁਣ ਕਾਫੀ ਦੇਰ ਤੋਂ ਮਦਰ ਨਾਲ ਤੁਹਾਡੀ ਕੋਈ ਰਹਿਣ ਹੈ? ਹਾਂਜੀ ਸਰ, ਸਾਡੇ ਕੋਲ ਰਹਿੰਦੇ ਵਿੱਚ ਜਾਂਦੇ ਹੈ। ਹੁਣ ਉਹਨਾਂ ਨੂੰ ਵੀ ਬਲਕਿ ਪਤਾ ਲੱਗ ਗਿਆ ਕਿ ਇਹ ਪ੍ਰੋਬਲਮ ਹੈਗੀ ਹੁਣ ਹੈ। ਤੇ ਅੱਜ ਕੱਲ ਮਦਰ ਨਾਲ ਨੂੰ ਲੈਣ ਜਾਂਦੇ ਹੈ ਸਰ। ਹਾਂਜੀ, ਫਿਰ ਮਦਰ ਲਾ ਕੇ 3-4 ਮਹੀਨੇ 6 ਮਹੀਨੇ ਤੱਕ ਇਹਨਾਂ ਕੋਲ ਰਹਿੰਦੇ ਆ, ਫਿਰ ਮਤਲਬ ਫਿਰ ਉਹਨਾਂ ਨੂੰ ਵਿਲੇਜ ਛੱਡਣ ਜਾਂਦੇ ਆ, ਫਿਰ ਉਹਨਾਂ ਨੂੰ ਲੈ ਕੇ ਆਉਂਦੇ ਆ। ਇਹ ਉਹੀ ਮਦਰ ਲਾ ਜਿਨ੍ਹਾਂ ਨੂੰ ਇਹਨਾਂ ਨੇ ਫਸਟ ਡੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਨਹੀਂ ਨਾਲ ਲੈ ਕੇ ਜਾਣਾ ਬਿਕੋਜ਼ ਤੁਸੀਂ ਵੀਕ ਹੋ ਤੇ ਮੇਰੇ ਟ੍ਰੀਟਮੈਂਟ ਦੇ ਵਿੱਚ ਵਿਘਨ ਪਏ। ਥੋੜਾ ਜਿਹਾ ਇਨਸੀਡੈਂਟ ਤੇ ਦੱਸੋਗੇ ਜਿਹੜਾ ਟਰਨਿੰਗ ਪੁਆਇੰਟ ਸੀਗਾ? ਸਰ ਉਹ ਅਸੀਂ ਘੁੰਮਣ ਗਏ ਸੀ ਐਕਚੁਅਲੀ ਹਿਮਾਚਲ, ਹੋਮ ਟਾਊਨ ਸਾਡਾ ਹਿਮਾਚਲ ਹੈ, ਤੇ ਉੱਥੋਂ ਅਸੀਂ ਨਾ ਘੁੰਮਣ ਚਲੇ ਗਏ ਸੀ ਬਰੋਟ। ਤੇ ਵਾਪਸੀ ਤੇ ਰਜੇਸ਼ ਨੇ ਡਰਿੰਕ ਕਰ ਲਈ ਸੀ ਸਵੇਰੇ ਸਵੇਰੇ ਉੱਠ ਕੇ 4-4:30 ਵਜੇ, ਮਤਲਬ ਡਰਿੰਕ ਹੀ ਕਰ ਰਹੇ ਸੀ ਪੂਰੀ ਰਾਤ ਵੀ। ਥੋੜੀ ਦੇਰ ਚਲੋ ਬੇਹੋਸ਼ੀ ਆਈ ਜਿਹੜੀ, ਉਸ ਤੋਂ ਬਾਅਦ ਫਿਰ ਡਰਿੰਕ ਕਰਨੀ ਸ਼ੁਰੂ ਕਰਤੀ। ਅਸੀਂ ਉੱਥੋਂ ਚੱਲੇ ਸੀਗੇ ਤੇ ਇਹ ਕਾਫੀ ਗੱਡੀ ਨਾਲ ਰੈਸ਼ ਡਰਾਈਵਿੰਗ ਕਰ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਰੈਸ਼ ਡਰਾਈਵਿੰਗ ਕਰ ਰਹੇ ਹੋ, ਨਹੀਂ ਤੈਨੂੰ ਜ਼ਿਆਦਾ ਪਤਾ, ਜਿਸ ਤਰ੍ਹਾਂ ਅਕਸਰ ਕਰਦੇ ਹੀ ਹੈ। ਤੇ ਇੱਕ ਮੋੜ ਤੇ ਇਹਨਾਂ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹਨਾਂ ਕੋਲੋਂ ਬ੍ਰੇਕ ਦੀ ਬਜਾਏ ਨਾ ਐਕਸੀਲੇਟਰ ਤੇ ਪੈਰ ਦੱਬਿਆ ਗਿਆ ਸੀਗਾ। ਤੇ ਉਹ ਗੱਡੀ ਨਾ ਮਤਲਬ ਸਾਹਮਣੇ ਖਾਈ ਸੀਗੀ ਤੇ ਉੱਥੇ ਇੱਕ ਗੱਡੀ ਲੱਗੀ ਹੋਈ ਸੀ, ਉਸ ਗੱਡੀ ਦੇ ਵਿੱਚ ਜਾ ਕੇ ਵੱਜੀ। ਸਾਡੀ ਸਾਰੀ ਗੱਡੀ ਅੱਗੋਂ ਡੈਮੇਜ ਹੋ ਗਈ ਸੀ। ਆਈ ਥਿੰਕ ਅਗਰ ਉਹ ਗੱਡੀ ਅੱਗੇ ਨਾ ਹੁੰਦੀ ਤੇ ਅਸੀਂ ਤੇ ਮਤਲਬ ਖਾਈ 'ਚ ਹੀ ਹੋਣਾ ਸੀਗਾ, ਜਾਂ ਉਹ ਗੱਡੀ ਚਲੀ ਜਾਂਦੀ ਖਾਈ 'ਚ ਤੇ ਫਿਰ ਅਸੀਂ ਜੇਲ੍ਹ 'ਚ ਹੋਣਾ ਸੀਗਾ, ਕਿਉਂਕਿ ਉਹ ਵੀ ਫੈਮਿਲੀ ਸੀਗੀ ਉਹਦੇ 'ਚ, ਉਸ ਗੱਡੀ 'ਚ ਵੀ ਸਾਰੀ ਫੈਮਿਲੀ ਬੈਠੀ ਹੋਈ ਸੀ। ਉਹ ਟਰਨਿੰਗ ਪੁਆਇੰਟ ਨੇ ਸਰ ਮੈਨੂੰ ਮਤਲਬ ਬਹੁਤ ਜ਼ਿਆਦਾ, ਮਤਲਬ ਇੰਨਾ ਕੁ ਜ਼ਿਆਦਾ ਟਰੋਮਾ ਹੈ ਨਾ ਉਸ ਚੀਜ਼ ਦਾ। ਅੱਜ ਵੀ ਮੈਨੂੰ ਫੇਰ ਮੈਂ ਅੱਜ ਵੀ ਰਜੇਸ਼ ਨਾਲ ਜਾਂਦੀ ਹਾਂ ਨਾ ਹਾਈਵੇ ਤੇ ਸਰ, ਅੱਜ ਵੀ ਮੈਨੂੰ ਨਾ ਮਤਲਬ ਸਪੀਡ ਥੋੜੀ ਜਿਹੀ ਤੇਜ਼ ਕਰਦੇ ਆ ਨਾ, ਮੇਰਾ ਉਹ ਟਰੋਮਾ ਬਾਹਰ ਆ ਜਾਂਦਾ ਹੈ। ਬਸ ਉਹ ਟਰਨਿੰਗ ਪੁਆਇੰਟ ਨੇ ਮੈਨੂੰ ਇੱਕਦਮ ਇੰਨਾ ਕੁ ਜ਼ਿਆਦਾ ਅੰਦਰੋਂ ਪਤਾ ਨਹੀਂ ਤਾਕਤ ਦੇਤੀ ਕਿ ਨਹੀਂ ਹੁਣ ਤੇ ਮਤਲਬ ਜਾਂ ਆ ਰਹੀਆਂ ਪਾਰ ਹੈ, ਜਾਂ ਤਾਂ ਇਲਾਜ ਹੋਊਗਾ ਤੇ ਜਾਂ ਫਿਰ ਪਤਾ ਨਹੀਂ ਕੀ ਹੋਊਗਾ।